ਸੁਣੋ ਜੀ, ਰਾਧਾ ਸੁਣੋ। ਹਾਂਜੀ ਬਾਣੀ ਹਜੂਰ ਸੁਆਮੀ ਜੀ ਮਹਾਰਾਜ, ਬਚਨ 15ਵਾਂ, ਸ਼ਬਦ 9ਵਾਂ। ਤਜੋ ਮਨ ਇਹ ਦੁਖ ਸੁਖ ਕਾ ਧਾਮ, ਲਗੋ ਤੁਮ ਚੜ ਕਰ ਅਬ ਸਤਨਾਮ। ਤਜੋ ਮਨ ਇਹ ਦੁਖ ਸੁਖ ਕਾ ਧਾਮ, ਲਗੋ ਤੁਮ ਚੜ ਕਰ ਅਬ ਸਤਨਾਮ। ਰਾਧਾ ਸੁਣੋ। ਇਹ ਸਵਾਮੀ ਜੀ ਮਹਾਰਾਜ ਬਹੁਤ ਹੀ ਇੱਕ ਗੂੜਾ ਭੇਦ ਹੈ ਜੋ ਸਾਨੂੰ ਦੱਸ ਰਹੇ ਨੇ, ਕਿਉਂਕਿ ਇਸ ਦੇਸ਼ ਦੇ ਵਿੱਚ ਦੁੱਖ ਸੁੱਖ ਜਿਹੜੇ ਨੇ ਲਗਾਤਾਰ ਹੀ ਚੱਲੀ ਜਾਂਦੇ ਨੇ, ਔਰ ਉਹਨਾਂ ਤੋਂ ਦੁੱਖਾਂ ਸੁੱਖਾਂ ਤੋਂ ਬਚਣ ਵਾਸਤੇ ਹਰ ਇੱਕ ਜੀਵ ਜਿਹੜਾ ਹੈ ਆਪਣੇ ਆਪਣੇ ਤਰੀਕੇ ਦੇ ਨਾਲ ਯਤਨ ਕਰ ਰਿਹਾ। ਕੋਈ ਵੀ ਨਹੀਂ ਚਾਹੁੰਦਾ ਇੱਥੇ ਕਿ ਮੈਨੂੰ ਕੋਈ ਦੁੱਖ ਆਵੇ। ਹਰ ਕੋਈ ਆਪਣੇ ਵੱਲੋਂ ਕੋਸ਼ਿਸ਼ ਕਰਦਾ ਹੈ ਕਿ ਇਹ ਜਿਹੜਾ ਸੁੱਖਾਂ ਵਾਲਾ ਸਿਲਸਿਲਾ ਇਹ ਲਗਾਤਾਰ ਜਿਹੜਾ ਹੈ ਇਹੋ ਹੀ ਚੱਲਦਾ ਰਹੇ। ਪਰ ਫਿਰ ਵੀ ਨਾ ਚਾਹੁੰਦਿਆਂ ਹੋਇਆਂ ਵੀ ਇੱਥੇ ਦੁੱਖ ਜਿਹੜੇ ਨੇ ਆਉਂਦੇ ਨੇ। ਬਹੁਤ ਵਾਰ ਬਾਣੀ ਦੇ ਵਿੱਚ ਅਸੀਂ ਜਦੋਂ ਸੁਣਦੇ ਹਾਂ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਉਹ ਸੱਚਾ ਸੁੱਖ ਜਿਸ ਦੀ ਚਾਹ ਜਿਹੜੀ ਇਸ ਮਨ ਨੂੰ ਰਹਿੰਦੀ ਹੈ, ਉਹ ਜਿਹੜਾ ਸੱਚਾ ਸੁੱਖ, ਜਿਹੜਾ ਪਰਮ ਸੁੱਖ, ਜਿਹੜਾ ਸਦੀਵੀ ਸੁੱਖ ਜਿਹੜਾ ਆ ਉਹ ਇਸ ਲੋਕ ਦੇ ਵਿੱਚ ਨਹੀਂ ਹੈ। ਹਾਂ, ਇਸ ਨੂੰ ਚਾਹ ਹੈਗੀ ਹੈ ਕਿਉਂਕਿ ਇਹ ਵੀ ਬ੍ਰਹਮ ਦੀ ਅੰਸ਼ ਹੈ, ਆਪਣੇ ਘਰ ਤੋਂ ਵਿਛੜਿਆ ਹੈ। ਇਹਨੇ ਵੀ ਉਹ ਸੁੱਖ ਦੇਖਿਆ ਹੈ ਅਤੇ ਸੁਰਤ ਵੀ ਉਹ ਸੁੱਖ ਨੂੰ ਮਾਣ ਚੁੱਕੀ ਹੈ। ਹੁਣ ਇਹਨੂੰ ਇਸ ਕਰਕੇ ਇੱਥੇ ਤਸੱਲੀ ਨਹੀਂ ਹੁੰਦੀ ਇਹਨਾਂ ਸੁੱਖਾਂ ਦੇ ਨਾਲ। ਸੁੱਖ ਤਾਂ ਬਹੁਤ ਮਿਲਦੇ ਨੇ ਇੱਥੇ, ਪਰ ਇਹਨਾਂ ਸੁੱਖਾਂ ਨੂੰ ਪਾ ਕੇ ਵੀ ਮਨ ਨੂੰ ਤਸੱਲੀ ਨਹੀਂ ਹੁੰਦੀ ਕਿ ਇਹ ਸ਼ਾਇਦ ਇਹ ਸਦੀਵੀ ਸੁੱਖ ਹੈ। ਇਸ ਕਰਕੇ ਹਰ ਇੱਕ ਮਨ ਜਿਹੜਾ ਆ ਉਹ ਬੇਚੈਨ ਰਹਿੰਦਾ ਹੈ, ਬੇਚੈਨੀ ਬਣੀ ਰਹਿੰਦੀ ਹੈ। ਚਾਹੇ ਜੋ ਮਰਜ਼ੀ ਵਧੀਆ ਤੋਂ ਵਧੀਆ ਸਾਨੂੰ ਮਿਲ ਜਾਵੇ, ਵਧੀਆ ਤੋਂ ਵਧੀਆ ਸਭ ਕੁਝ ਹੋ ਰਿਹਾ ਹੋਵੇ, ਤਾਂ ਵੀ ਮਨ ਜਿਹੜਾ ਹੈ ਬੇਚੈਨ ਹੁੰਦਾ ਹੈ। ਔਰ ਇਹ ਅਸੀਂ ਮਹਿਸੂਸ ਕਰਦੇ ਹਾਂ ਇਸਨੂੰ, ਚਾਹੇ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਬਿਮਾਰ ਹੈ, ਚਾਹੇ ਤੰਦਰੁਸਤ ਹੈ। ਬਿਮਾਰ ਨੂੰ ਤਾਂ ਜਿਹੜੀ ਹਰ ਵੇਲੇ ਮਨ ਦੇ ਵਿੱਚ ਉਹਦੇ ਰਹਿਣਾ ਹੀ ਹੈ ਦੁੱਖ, ਪਰ ਜਿਹੜਾ ਤੰਦਰੁਸਤ ਹੈ ਉਹਦੇ ਅੰਦਰ ਵੀ ਉਹ ਬੇਚੈਨੀ ਰਹਿੰਦੀ ਹੈ। ਉਹ ਵੀ ਸੋਚ ਸੋਚ ਕੇ ਕੋਈ ਨਾ ਕੋਈ ਕਿ ਹੁਣ ਕੁਛ ਹੋ ਨਾ ਜਾਵੇ, ਕੋਈ ਕਿਸੇ ਤਰ੍ਹਾਂ ਦਾ ਦੁੱਖ ਨਾ ਆ ਜਾਵੇ, ਉਹ ਵੀ ਦੁਖੀ ਰਹਿੰਦਾ ਹੈ। ਇਸੇ ਤਰ੍ਹਾਂ ਹੀ ਪੈਸੇ ਵਾਲੇ ਚਾਹੇ ਗਰੀਬ ਕੋਈ ਵੀ ਹੈ, ਉਹਨਾਂ ਦੇ ਮਨ ਦੇ ਵਿੱਚ ਵੀ ਇਹ ਸਿਲਸਿਲਾ ਚੱਲਦਾ ਹੀ ਰਹਿੰਦਾ ਹੈ। ਹੁਣ ਉਹ ਸਭ ਕੁਛ ਹੁੰਦਿਆਂ, ਜਦੋਂ ਸਭ ਕੁਛ ਕੋਲ ਹੁੰਦਾ ਹੈ, ਮੰਨ ਲਓ ਤੰਦਰੁਸਤੀ ਕੋਲ ਹੋਵੇ, ਪੈਸਾ ਕੋਲ ਹੋਵੇ, ਹਰ ਪਾਸੇ ਇਹਦੀ ਸੁਣਵਾਈ ਹੋਵੇ, ਫਿਰ ਵੀ ਬੇਚੈਨੀ ਕਾਹਦੀ? ਕਿਉਂਕਿ ਜਿਹੜੀ ਚੀਜ਼ ਅਸੀਂ ਇੱਕ ਵਾਰੀ ਦੇਖੀ ਹੋਵੇ, ਕਿਉਂਕਿ ਸੁਰਤ ਨੇ ਉਹ ਜਿਹੜਾ ਸੁੱਖ ਚੈਨ ਦੇਖਿਆ ਹੈ, ਮਨ ਨੇ ਵੀ ਉਹ ਦੇਖਿਆ ਹੈ, ਕਿਉਂ ਆਪਣੇ ਤ੍ਰਿਕੁਟੀ ਦੇ ਘਰ 'ਚ ਜਦੋਂ ਦਾ ਵਿਛੜਿਆ ਹੈ, ਇਹਨੂੰ ਵੀ ਉਸਦਾ ਚੇਤਾ ਤਾਂ ਭੁੱਲ ਗਿਆ, ਪਰ ਉਹਦਾ ਆਨੰਦ ਜਿਹੜਾ ਆ ਉਹਨੂੰ ਜਾਣਦਾ ਹੈ ਕਿ ਇਹ ਸੱਚਾ ਨਹੀਂ ਹੈਗਾ ਇੱਥੇ। ਇਸ ਕਰਕੇ ਹਮੇਸ਼ਾ ਹੀ ਕੋਈ ਨਾ ਕੋਈ ਯਤਨ ਕਰਦਾ ਰਹਿੰਦਾ ਹੈ। ਪਰ ਸਤਿਗੁਰੂ ਸਵਾਮੀ ਜੀ ਜੋ ਅੱਜ ਸਾਨੂੰ ਸੰਦੇਸ਼ ਦੇ ਰਹੇ ਨੇ ਉਹ ਬਹੁਤ ਹੀ ਸਾਫ਼ ਹੈ, ਕਲੀਅਰ ਹੈ। ਫਰਮਾਉਂਦੇ ਨੇ, ਤਜੋ ਮਨ ਇਹ ਸੁੱਖ ਦੁੱਖ ਕਾ ਧਾਮ। ਕਹਿੰਦੇ ਕਿ ਇਹ ਜਿਹੜੀ ਨਗਰੀ ਹੈ, ਇਹ ਜਿਹੜਾ ਧਾਮ ਹੈ, ਇਹ ਦੁੱਖਾਂ ਸੁੱਖਾਂ ਦਾ ਦੋਨੋਂ ਹੀ ਹੈ। ਹੁਣ ਜਿਹੜੇ ਦੁੱਖ ਸੁੱਖ ਨੇ ਇਹ ਸਾਡੇ ਕਰਮਾਂ ਦੇ ਨੇ, ਇਹ ਕੋਈ ਕਿਸੇ ਦੇ ਨਹੀਂ ਹੈ। ਕੋਈ ਵੀ ਕਿਸੇ ਨੂੰ ਇੱਥੇ ਦੋਸ਼ ਨਹੀਂ ਦੇ ਸਕਦਾ। ਆਪਣੇ ਆਪਣੇ ਕਰਮਾਂ ਦੇ ਕਰਕੇ ਹੀ ਇਹ ਜਿਹੜੇ ਦੁੱਖ ਮਿਲ ਰਹੇ ਨੇ। ਕੋਈ ਸਾਨੂੰ ਇਸ ਸੰਸਾਰ ਦੇ ਵਿੱਚ ਬਹੁਤ ਹੀ ਸੁਖੀ ਲੱਗਦੇ ਨੇ, ਕੋਈ ਬਹੁਤ ਦੁਖੀ ਲੱਗਦੇ ਨੇ, ਪਰ ਇਹ ਨਹੀਂ ਹੈ
ਕਿ ਹਮੇਸ਼ਾ ਹੀ ਇੱਕੋ ਤਰ੍ਹਾਂ ਰਹਿੰਦਾ। ਹਾਂ, ਕਿਸੇ ਨੂੰ ਕੁਝ ਪਰਸੈਂਟ, ਜਿਸ ਤਰ੍ਹਾਂ ਅਸੀਂ ਕਹਿ ਦਈਏ ਕਿ 70-80% ਸੁੱਖ ਨੇ ਤੇ 20% ਦੁੱਖ ਨੇ, ਕਿਸੇ ਨੂੰ 80% ਦੁੱਖ ਨੇ ਜਾਂ ਸੁੱਖ ਨੇ, ਤੇ ਇਸੇ ਤਰ੍ਹਾਂ ਇਹ ਦੋਨੋਂ ਚੀਜ਼ਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ। ਹੁਣ ਜਿੰਨੇ ਸਾਡੇ ਸ਼ੁਭ ਕਰਮ ਨੇ ਓਨੇ ਸੁੱਖ ਨੇ, ਜਿੰਨੇ ਜਿੰਨੇ ਕੋਈ ਪਾਪ ਕਰਮ ਨੇ ਓਨੇ ਦੁੱਖ ਨੇ। ਪਰ ਇਹ ਹੈ ਇਸ ਜਗ ਦੇ ਵਿੱਚ ਦੋਨੋਂ ਹੀ। ਕੋਈ ਵੀ ਇੱਥੇ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਹੀ ਇੱਥੇ, ਭਾਵੇਂ ਰਾਜਾ ਹੈ ਭਾਵੇਂ ਕੋਈ ਵੀ ਮਹਾਰਾਜਾ ਹੈ, ਹਰ ਇੱਕ ਨੂੰ ਕੋਈ ਦੁੱਖ ਕੋਈ ਨਾ ਕੋਈ ਚੰਬੜਿਆ। ਇਸ ਕਰਕੇ ਉਹ ਅੱਜ ਜੋ ਭੇਦ ਦੱਸ ਰਹੇ ਨੇ, ਉਹ ਕਹਿੰਦੇ ਨੇ ਕਿ ਜੇ ਅਸੀਂ ਇਹਨਾਂ ਚੋਂ ਬਚਣਾ ਚਾਹੁੰਦੇ ਹਾਂ ਤੇ ਫਿਰ ਕੀ ਫਰਮਾਇਆ, ਤਜੋ ਮਨ ਇਹ ਦੁੱਖ ਸੁੱਖ ਕਾ ਤਾਮ, ਲਗੋ ਤੁਮ ਜਾਏ ਅਬ ਸਤਨਾਮ। ਕਹਿੰਦੇ ਕਿ ਜੇ ਤੂੰ ਸੁੱਖਾਂ ਨੂੰ ਚਾਹੁੰਦਾ ਹੈ, ਹਮੇਸ਼ਾ ਇੱਕੋ ਹੀ ਦਸ਼ਾ ਬਣੀ ਰਵੇ, ਤੇ ਫਿਰ ਆਪਣੇ ਉਸ ਸੱਚੇ ਨਾਮ ਦੇ ਨਾਲ ਜੁੜ ਜਾ। ਉਸ ਸੱਚੇ ਘਰ ਦੇ ਵਿੱਚੋਂ ਜਿੱਥੋਂ ਵਿਛੜੇ ਆ, ਜਿਸ ਪ੍ਰਭੂ ਦੇ ਨਾਲ ਸਾਡਾ ਵਿਛੋੜਾ ਪਿਆ ਹੈ, ਉਹਦੇ ਨਾਲ ਜਾ ਕੇ ਮਿਲਣਾ ਪਏਗਾ। ਉਹਦੇ ਤੋਂ ਇਲਾਵਾ ਇੱਥੇ ਜੋ ਮਰਜ਼ੀ ਮਿਲ ਜਾਵੇ, ਕਹਿੰਦਾ ਕਿ ਸਰਵ ਸ੍ਰਿਸ਼ਟ ਕਾ ਰਾਜਾ ਦੁਖੀਆ, ਸਾਰਾ ਕੁਛ ਇਹਦੇ ਕੋਲ ਹੋਵੇ ਪਰ ਚੈਨ ਨਹੀਂ ਹੋ ਸਕਦਾ। ਉਹ ਜੋ ਚੈਨ ਚਾਹੀਦਾ ਹੈ, ਤੇ ਉਹਨਾਂ ਨੇ ਕਿਹਾ ਕਿ ਲੱਗੋ ਤੁਮ ਚੜ੍ਹ ਕਰ ਅਬ ਸਤਨਾਮ, ਕਿ ਉਸ ਸੱਚੇ ਨਾਮ ਦੇ ਨਾਲ ਆਪਣਾ ਮੇਲਾ ਕਰਾਓ ਜਿਹਦੇ ਨਾਲੋਂ ਅਸੀਂ ਵਿਛੜੇ ਪਏ ਹਾਂ। ਕਈ ਵਾਰ ਦੱਸਿਆ ਹੈ ਕਿ ਜਦੋਂ ਅਸੀਂ ਆਪਣੇ ਘਰ ਤੋਂ ਬਾਹਰ ਜਾਂਦੇ ਹਾਂ, ਆਪਣਾ ਘਰ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ, ਕੱਚਾ ਹੋਵੇ ਪੱਕਾ ਹੋਵੇ, ਕਮਰੇ ਛੋਟੇ ਹੋਣ ਵੱਡੇ ਹੋਣ, ਕਿਸੇ ਤਰ੍ਹਾਂ ਦਾ ਵੀ ਬੈੱਡ ਹੋਵੇ, ਖਾਣ ਪੀਣ ਨੂੰ ਚਾਹੇ ਸਾਧਨ ਘੱਟ ਹੀ ਹੋਣ, ਪਰ ਲੇਕਿਨ ਜਿੱਥੇ ਮਰਜ਼ੀ ਦੁਨੀਆ ਚਲੇ ਜਾਈਏ, ਕੁਛ ਦਿਨ ਬਾਅਦ, ਜਦੋਂ ਜਾਂਦੇ ਹਾਂ ਕੋਈ ਘੁੰਮਣ ਫਿਰਨ ਵਾਸਤੇ, ਤੇ ਥੋੜ੍ਹੇ ਦਿਨ ਬੜਾ ਅੱਛਾ ਲੱਗਦਾ ਹੈ। ਕੋਈ ਪਹਾੜਾਂ 'ਚ ਜਾਂਦਾ ਹੈ, ਕੋਈ ਜੰਗਲਾਂ 'ਚ, ਕੋਈ ਕਿਤੇ ਬਰਫਾਂ ਦੇਖਣ ਵਾਸਤੇ, ਥੋੜ੍ਹੇ ਦਿਨ ਬਹੁਤ ਅੱਛਾ ਲੱਗਦਾ ਨਜ਼ਾਰਾ। ਪਰ ਉਹੀ ਵਧੀਆ ਵਧੀਆ ਨਜ਼ਾਰੇ ਜਿਹੜੇ ਕੁਛ ਦਿਨਾਂ ਬਾਅਦ ਸਾਨੂੰ ਅੱਛੇ ਨਹੀਂ ਲੱਗਦੇ। ਫਿਰ ਦਿਲ ਕਰਦਾ ਹੈ ਕਿ ਨਹੀਂ, ਹੁਣ ਘਰ ਚੱਲੀਏ ਆਪਣੇ। ਅਜੇ ਕਿ ਬੜੇ ਬੜੇ ਮਹਿੰਗੇ ਹੋਟਲ ਹੁੰਦੇ ਨੇ, ਬਹੁਤ ਬਹੁਤ ਉੱਥੇ ਸਾਧਨ ਹੁੰਦੇ ਨੇ, ਬੜੇ ਬੜੇ ਵੱਡੇ ਕਮਰੇ, ਅੱਛੇ ਬੈੱਡ ਗੱਦੇ, ਸਭ ਕੁਛ ਹੁੰਦਾ ਹੈ, ਬੜੇ ਸੁੱਖ ਦੇ ਸਾਧਨ ਹੁੰਦੇ ਨੇ, ਪਰ ਫਿਰ ਵੀ ਦਿਲ ਕਰਦਾ ਹੈ ਕਿ ਨਹੀਂ, ਹੁਣ ਘਰ ਚੱਲੀਏ ਆਪਣੇ। ਕਿਉਂਕਿ ਜੋ ਘਰ ਦੇ ਵਿੱਚ ਸੁੱਖ ਹੈ ਆਪਣੇ ਘਰ ਦੇ ਵਿੱਚ, ਉਹ ਬਾਹਰ ਉੱਥੇ ਕਿਤੇ ਵੀ ਨਹੀਂ, ਹੋਟਲਾਂ 'ਚ ਨਹੀਂ ਮਿਲਦਾ। ਇਸੇ ਤਰ੍ਹਾਂ ਇਹ ਵੀ ਇੱਕ ਸਰਾਏ ਹੈ। ਪਿੱਛੇ ਵੀ ਗੁਰੂਆਂ ਦੇ ਸਤਸੰਗ ਦੇ ਵਚਨ ਆਏ ਸੀ ਕਿ ਇਹ ਜਿਹੜੇ ਅਸੀਂ ਇੱਥੇ ਟਾਈਮ ਜਿਹੜੇ ਕੱਟ ਰਹੇ ਹਾਂ, ਇਹ ਕੋਈ ਸਾਡਾ ਘਰ ਪੱਕਾ ਨਹੀਂ ਹੈਗਾ। ਲੇਕਿਨ ਦੁੱਖ ਉਦੋਂ ਜ਼ਿਆਦਾ ਵੱਧ ਜਾਂਦਾ ਹੈ ਜਦੋਂ ਅਸੀਂ ਇਹਨਾਂ ਨੂੰ ਹੋਰ ਪੱਕਿਆਂ ਕਰਕੇ ਜਾਣ ਲੈਂਦੇ ਹਾਂ। ਕਿਉਂਕਿ ਜਿੰਨਾ ਜਿੰਨਾ ਪੱਕਾ ਅਸੀਂ ਨਾਤਾ ਬਣਾ ਲੈਂਦੇ ਹਾਂ, ਓਨਾ ਹੀ ਫਿਰ ਉਹ ਦੁੱਖ ਹੁੰਦਾ ਹੈ। ਦੇਖੋ, ਜੋ ਸੱਚਾਈ ਹੈ, ਸੰਸਾਰ ਦੇ ਵਿੱਚ ਕਿੰਨੇ ਜੀਵ ਨੇ, ਕਿੰਨੀ ਦੁਨੀਆ ਹੈ। ਸਾਨੂੰ ਖਬਰਾਂ ਦੇ ਰਾਹੀਂ ਕੁਝ ਪਤਾ ਚੱਲਦਾ ਹੈ ਕਿ ਬਈ ਬਾਹਰਲੇ ਦੇਸ਼ ਦੇ ਵਿੱਚ ਆਹ ਚੀਜ਼ ਹੋ ਗਈ ਹੈ, ਤੇ ਸਾਨੂੰ ਇੰਨਾ ਜ਼ਿਆਦਾ ਨਹੀਂ, ਥੋੜ੍ਹਾ ਬਹੁਤਾ ਮਹਿਸੂਸ ਹੁੰਦਾ, ਇੰਨਾ ਜ਼ਿਆਦਾ ਨਹੀਂ ਹੁੰਦਾ। ਜਦੋਂ ਹੁੰਦਾ ਹੈ ਕਿ ਆਪਣੇ ਦੇਸ਼ ਦੇ ਵਿੱਚ ਕੋਈ ਐਸੀ ਘਟਨਾ ਹੋਈ ਹੈ ਤੇ ਸਾਰੀ ਜਨਤਾ ਇਕੱਠੀ ਹੋ ਕੇ ਉਸ ਦਾ ਵਿਰੋਧ ਕਰਦੀ ਹੈ, ਮੈਨੂੰ ਦੁੱਖ ਲੱਗਦਾ ਹੈ ਕਿ ਨਹੀਂ, ਇਸ ਤਰ੍ਹਾਂ। ਫਿਰ ਉਸ ਤੋਂ ਬਾਅਦ ਆਪਣੇ ਪ੍ਰਾਂਤ ਦੇ ਵਿੱਚ, ਜਿਸ ਤਰ੍ਹਾਂ ਆਪਣੇ ਸਟੇਟ ਦੇ ਵਿੱਚ ਕੋਈ ਹੋਵੇ, ਫਿਰ ਹੋਰ ਜ਼ਿਆਦਾ ਉਹ ਚਿੰਤਾ ਹੁੰਦੀ ਹੈ, ਟੈਨਸ਼ਨ ਹੁੰਦੀ ਹੈ। ਫਿਰ ਹੌਲੀ ਹੌਲੀ ਜਦੋਂ ਆਪਣੇ ਕਹਿ ਲਈਏ ਜ਼ਿਲ੍ਹੇ ਦੇ ਵਿੱਚ ਹੋਵੇ, ਆਪਣੇ ਜਾਂ ਸ਼ਹਿਰ ਦੇ ਵਿੱਚ ਹੋਵੇ, ਫਿਰ ਹੋਰ ਮਨ ਜ਼ਿਆਦਾ ਬੇਚੈਨੀ ਹੁੰਦੀ ਹੈ। ਇਸੇ ਤਰ੍ਹਾਂ ਰਿਸ਼ਤੇ ਨੇ, ਰਿਸ਼ਤੇ ਨਾਤੇ ਦੂਰ ਦੇ ਨੇ, ਕੋਈ ਸਾਨੂੰ ਕੋਈ ਆਪਣਾ ਸੁਣਾਵੇ ਤੇ ਉਸ ਤਰ੍ਹਾਂ ਦਾ ਹੋਰ ਦਾ, ਜਿੰਨਾ ਜਿੰਨਾ ਆਪਣਾ ਨਜ਼ਦੀਕ ਦਾ ਰਿਸ਼ਤਾ, ਜਿੰਨੀ ਜਿੰਨੀ ਸਾਡੀ ਜ਼ਿਆਦਾ ਮਜ਼ਬੂਤੀ ਹੁੰਦੀ, ਪਕੜ ਹੁੰਦੀ, ਓਨਾ ਸਾਨੂੰ ਦੁੱਖ ਹੁੰਦਾ ਹੈ। ਹੁਣ ਸਤਿਗੁਰੂ ਫਰਮਾਉਂਦੇ ਨੇ ਕਿ ਜੇ ਅਸੀਂ ਵਾਕਈ ਹੀ ਅਸਲੀ ਸੁੱਖ ਚਾਹੁੰਦੇ ਹਾਂ, ਤੇ ਫਿਰ ਸਤਿਗੁਰਾਂ ਦੇ ਬਚਨਾਂ 'ਤੇ ਵਿਸ਼ਵਾਸ ਕਰਕੇ, ਭਰੋਸਾ ਕਰਕੇ ਸਾਨੂੰ ਉਹ ਯਤਨ ਕਰਨਾ ਚਾਹੀਦਾ ਹੈ। ਇਹ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਇਹ ਜਿਹੜਾ ਧਾਮ, ਇਹ ਜਿਹੜਾ ਦੇਸ਼, ਇਹ ਦੁੱਖਾਂ ਸੁੱਖਾਂ ਦਾ ਹੀ ਹੈ। ਜੇ ਅਸੀਂ ਸੱਚਾ ਸੁੱਖ ਚਾਹੁੰਦੇ ਹਾਂ, ਤੇ ਫਿਰ ਇਹ ਕੰਮ ਕਰਦੇ ਨਹੀਂ। ਰਿਸ਼ਤੇ ਨਾਤੇ ਇੱਥੇ ਬਹੁਤ ਪਿਆਰੇ, ਘਰ-ਬਾਰ ਜੋ ਵੀ ਇਹ ਸਭ ਬਹੁਤ ਵਧੀਆ ਹੈ, ਲੇਕਿਨ ਅੰਦਰ ਆਪਣੇ ਇੱਕ ਵਿਸ਼ਵਾਸ ਭਰੋਸਾ ਇਸ ਚੀਜ਼ ਦਾ ਹੋਵੇ ਕਿ ਬਈ ਇਹ ਅਸੀਂ ਆਪਣੇ ਆਪਣੇ ਕਰਮਾਂ ਦੇ ਹਿਸਾਬ ਦੇ ਨਾਲ ਇੱਥੇ ਚੱਲ ਰਹੇ ਹਾਂ। ਲੇਕਿਨ ਜਾ ਕੇ ਅਸੀਂ ਸਭ ਨੇ ਉਸ ਸਮੁੰਦਰ ਰੂਪੀ ਉਸ ਨਾਮ ਦੇ ਵਿੱਚ ਸਮਾ ਜਾਣਾ ਹੈ, ਜਿੱਥੇ ਕੋਈ ਵੀ ਵੱਖਰਾ ਵੱਖਰਾ ਨਹੀਂ ਕੋਈ ਰਹਿਣਾ। ਇੱਥੇ ਅਸੀਂ ਵੱਖਰੇ ਵੱਖਰੇ ਹਾਂ। ਉਸ ਜਦੋਂ ਪ੍ਰਭੂ ਇੱਕ ਦੇ ਵਿੱਚ ਜਦੋਂ ਸਮਾ ਗਏ, ਫਿਰ ਇੱਕ ਹੋ ਜਾਣਾ ਹੈ। ਜਿਸ ਤਰ੍ਹਾਂ ਬੂੰਦ ਜਿਹੜੀ ਹੈ ਸਮੁੰਦਰ ਨਾਲੋਂ ਵਿਛੜੀ ਹੈ, ਅਤੇ ਉਹ ਕਤਰਾ ਕਤਰਾ ਜਿਹੜਾ ਹੋ ਕੇ ਜਿਸ ਤਰ੍ਹਾਂ ਦਾ ਸੰਗ ਕਰਦੇ ਆ, ਉਸੇ ਤਰ੍ਹਾਂ ਦਾ ਰੂਪ ਬਣੀ ਜਾਂਦਾ ਹੈ। ਉਹੀ ਪਾਣੀ ਜਿਹੜਾ ਦੁੱਧ 'ਚ ਪੈਂਦਾ ਹੈ, ਦੁੱਧ ਬਣ ਜਾਂਦੀ ਹੈ। ਉਹੀ ਪਾਣੀ ਸਿੱਪ ਦੇ ਮੂੰਹ 'ਚ ਪੈਂਦਾ ਹੈ, ਮੋਤੀ ਬਣ ਜਾਂਦਾ ਹੈ। ਉਹ ਪਾਣੀ ਜ਼ਹਿਰ ਸੱਪ ਦੇ ਮੂੰਹ 'ਚ ਹੁੰਦਾ ਹੈ, ਅਤੇ ਜ਼ਹਿਰ ਬਣ ਜਾਂਦਾ ਹੈ।
ਹੈ ਬੂੰਦ ਇੱਕੋ ਹੀ ਜਲ ਦੀ, ਲੇਕਿਨ ਅਲੱਗ-ਅਲੱਗ ਸੰਗ ਕਰਨ ਦੇ ਨਾਲ ਅਲੱਗ-ਅਲੱਗ ਉਹਦੇ ਰੂਪ ਬਣ ਗਏ। ਲੇਕਿਨ ਜਦੋਂ ਉਹੀ ਪਾਣੀ ਚਾਹੇ ਨਾਲਿਆਂ ਚੋਂ ਨਦੀਆਂ ਚੋਂ ਹੋ ਕੇ ਸਮੁੰਦਰ 'ਚ ਜਾ ਪੈਂਦਾ ਹੈ, ਤੇ ਫਿਰ ਉਹ ਸਮੁੰਦਰ ਰੂਪ ਹੋ ਜਾਂਦਾ ਹੈ। ਫਿਰ ਉਹ ਕੋਈ ਵੱਖਰਾ ਨਹੀਂ, ਅਲੱਗ-ਅਲੱਗ ਰੂਪ ਸੀ। ਸਮੁੰਦਰ ਦੇ ਵਿੱਚ ਬੜੇ ਬੜੇ ਜਿਹੜੇ ਆ ਜ਼ਹਿਰੀਲੇ ਜਿਹੜੇ ਰਹਿੰਦੇ ਨੇ, ਲੇਕਿਨ ਸਮੁੰਦਰ ਜਿਹੜਾ ਉਹ ਜ਼ਹਿਰੀਲਾ ਨਹੀਂ ਹੁੰਦਾ। ਬਹੁਤ ਜ਼ਿਆਦਾ ਗੰਦ ਜਾਂ ਕਹਿ ਲਓ ਭਾਵੇਂ ਚਿੱਕੜ ਜਿੰਨਾ ਮਰਜ਼ੀ ਅਸੀਂ ਉਹਦੇ ਵਿੱਚ ਕੂੜਾ ਸੁੱਟ ਦਈਏ, ਪਰ ਫਿਰ ਉਹ ਸਾਫ਼ ਦਾ ਸਾਫ਼। ਇਸੇ ਤਰ੍ਹਾਂ ਹੀ ਜਦੋਂ ਅਸੀਂ ਉਸ ਪਰਮੇਸ਼ਵਰ, ਉਸ ਸਤਿਨਾਮ ਜਿਹੜਾ ਸੱਚਾ ਨਾਮ ਹੈ, ਉਹਦੇ ਵਿੱਚ ਮਿਲ ਜਾਵਾਂਗੇ, ਫਿਰ ਕੋਈ ਵੀ ਪਾਪ ਨਹੀਂ, ਕੋਈ ਪੁੰਨ ਨਹੀਂ, ਕੋਈ ਦੁੱਖ ਨਹੀਂ, ਕੋਈ ਸੁੱਖ ਨਹੀਂ, ਫਿਰ ਇੱਕੋ ਤਰ੍ਹਾਂ ਦੀ ਹੀ ਕੰਡੀਸ਼ਨ ਰਵੇ। ਇਸ ਕਰਕੇ ਫਰਮਾਉਂਦੇ ਨੇ ਤਜੋ ਮਨ ਇਹ ਦੁੱਖ ਸੁੱਖ ਕਾ ਤਾਮ, ਕਿ ਬਈ ਇਸ ਮਨ ਨੂੰ ਸੰਦੇਸ਼ ਦੇ ਰਹੇ ਨੇ, ਕਿਸੇ ਦਾ ਨਾਮ ਨਹੀਂ ਲਿਆ, ਕਿਉਂਕਿ ਮਨ ਹੀ ਦੁਖੀ ਕਰਦਾ ਹੈ, ਮਨ ਹੀ ਦੁਖੀ ਹੁੰਦਾ ਹੈ। ਫਰਮਾਉਂਦੇ ਨੇ ਮਨ ਤੂੰ ਇਸ ਦੇਸ਼ ਨੂੰ ਤਜ ਦੇ, ਛੱਡ ਦੇ, ਇਸ ਚੀਜ਼ ਨੂੰ, ਇਸ ਨੂੰ ਛੱਡ ਕੇ ਆਪਣੇ ਸੱਚੇ ਨਾਮ ਦੇ ਨਾਲ ਮੇਲਾ ਕਰ, ਉੱਥੇ ਜਾ ਕੇ ਤੈਨੂੰ ਹਮੇਸ਼ਾ ਹੀ ਆਨੰਦ ਹੀ ਆਨੰਦ ਮਿਲੇਗਾ। ਹਾਂਜੀ। ਤਜੋ ਮਨ ਇਹ ਦੁਖ ਸੁਖ ਕਾ ਧਾਮ, ਲਗੋ ਤੁਮ ਚੜ ਕਰ ਆਬ ਸਤਨਾਮ, ਦਿਨਾ ਚਾਰ ਤਨ ਸੰਗ ਬਸੇਰਾ, ਫਿਰ ਛੂਟੇ ਇਹ ਗ੍ਰਾਮ। ਹੁਣ ਇਹ ਜਿਹੜੀ ਇਸ ਦੇਸ਼ ਦੀ ਸੱਚਾਈ ਹੈ, ਉਹ ਕਹਿੰਦੇ ਆ ਕਿ ਇੱਥੇ ਲੱਗਦਾ ਕਿਸੇ ਨੂੰ ਨਹੀਂ। ਜਦੋਂ ਅਸੀਂ ਆਪਣੇ ਆਪਣੇ ਰੰਗਾਂ ਦੇ ਵਿੱਚ ਰੰਗੇ ਹੁੰਦੇ ਹਾਂ, ਕਿਸੇ ਨੂੰ ਨਹੀਂ ਕੁਛ ਯਾਦ ਹੁੰਦਾ, ਸਭ ਕੁਝ ਭੁੱਲਿਆ ਹੁੰਦਾ ਹੈ। ਪਰ ਕਹਿੰਦੇ ਨੇ ਸੱਚਾਈ ਇਹੋ ਹੀ ਹੈ। ਕਹਿੰਦੇ ਦਿਨਾਂ ਚਾਰ ਤਨ ਸੰਗ ਬਸੇਰਾ, ਇਹ ਤਨ ਦੇ ਨਾਲ ਜਿਹੜਾ ਸੰਗ ਹੈ, ਇਹ ਕਹਿੰਦੇ ਦਿਨਾਂ ਚਾਰ ਦਾ ਬਸੇਰਾ ਹੈ। ਕਹਿੰਦੇ ਇਹ ਫਿਰ ਛੂਟੇ ਜੇ ਗ੍ਰਾਮ, ਕਹਿੰਦੇ ਕਿ ਇਹ ਜਿਹੜਾ ਘਰ ਹੈ ਇਹ ਫਿਰ ਛੁੱਟ ਜਾਣਾ ਹੈ, ਫਿਰ ਇਹਦੇ ਨਾਲ ਪੱਕੀ ਪ੍ਰੀਤ ਕਾਹਦੇ ਵਾਸਤੇ। ਜਦੋਂ ਬੰਦੇ ਦਾ ਕੋਈ ਐਸਾ, ਜਿਸ ਤਰ੍ਹਾਂ ਹੁਣ ਸਿਕੰਦਰ ਦੀ ਅਸੀਂ ਸੁਣਦੇ ਹਾਂ ਕਿ ਸਾਰੀ ਦੁਨੀਆ ਨੂੰ ਉਹਨੇ ਜਿੱਤ ਲਿਆ ਸੀ, ਸਾਰੀ ਦੁਨੀਆ ਨੂੰ ਜਿੱਤ ਕੇ, ਤੇ ਫਿਰ ਬਾਅਦ ਦੇ ਵਿੱਚ ਜਦੋਂ ਬਿਮਾਰ ਪੈ ਗਿਆ, ਤੇ ਇੱਛਾ ਜਿਹੜੀ ਪ੍ਰਗਟ ਕੀਤੀ ਕਿ ਬਈ ਮੈਨੂੰ ਕਿਸੇ ਤਰ੍ਹਾਂ ਵੀ ਬਚਾ ਲਓ। ਥੋੜ੍ਹਾ ਥੋੜ੍ਹਾ ਕਰਕੇ ਪਹਿਲਾਂ ਉਹਨੇ ਕਿਹਾ ਕਿ ਮੈਂ ਅੱਧਾ ਰਾਜ ਦੇ ਦੇਵਾਂਗਾ, ਫਿਰ ਉਹਨੇ ਕਿਹਾ ਮੈਂ ਪੂਰਾ ਰਾਜ ਦੇ ਦੇਵਾਂਗਾ, ਮੈਨੂੰ ਥੋੜ੍ਹੇ ਜਿਹੜੇ ਸਾਹ ਮੈਨੂੰ ਹੋਰ ਮਿਲ ਜਾਣਾ। ਮਤਲਬ ਕਿ ਸਭ ਤੋਂ ਵੱਡਾ ਜਿਹੜਾ ਦੁੱਖ ਇਹੋ ਹੀ ਹੁੰਦਾ ਹੈ। ਕਿਉਂਕਿ ਜਦੋਂ ਅਸੀਂ ਸਾਰੀ ਉਮਰ ਕੋਈ ਕੰਮ ਕਰਦੇ ਹਾਂ, ਕੋਈ ਚੀਜ਼ ਨੂੰ ਪਾਲਦੇ ਪੋਸਦੇ ਹਾਂ, ਕੁਛ ਕਰਦੇ ਹਾਂ, ਅਤੇ ਬੜੀ ਰੀਝ ਨਾਲ ਉਹਦੇ ਨਾਲ ਸਾਡਾ ਇੱਕ ਨਾਤਾ ਬਣ ਜਾਂਦਾ ਹੈ। ਜਦੋਂ ਉਸ ਚੀਜ਼ ਤੋਂ ਵਿਛੜਦੇ ਹਾਂ ਜਾਂ ਵਿਛੋੜਾ ਹੁੰਦਾ ਹੈ, ਫਿਰ ਦੁੱਖ ਹੁੰਦਾ ਹੈ, ਬਹੁਤ ਜ਼ਿਆਦਾ ਹੁੰਦਾ ਹੈ। ਇਹ ਸੱਚਾਈ। ਲੇਕਿਨ ਸਤਿਗੁਰੂ ਨੇ ਫਰਮਾ ਦਿੱਤਾ ਕਿ ਬਈ ਇਸ ਸੱਚਾਈ ਨੂੰ ਹਮੇਸ਼ਾ ਹੀ ਯਾਦ ਰੱਖੀਏ। ਕਹਿੰਦੇ ਦਿਨਾਂ ਚਾਰ ਤਨ ਸੰਗ ਬਸੇਰਾ, ਕਹਿੰਦੇ ਇਸ ਤਨ ਦੇ ਨਾਲ ਇਹ ਦਿਨਾਂ ਚਾਰ ਦਾ ਹੀ ਹੈ। ਜਿਸ ਤਰ੍ਹਾਂ ਬਚਪਨ ਕਹਿ ਲਈਦਾ ਹੈ, ਬਚਪਨ, ਕਿਸ਼ੋਰ ਅਵਸਥਾ, ਜਵਾਨੀ ਦੀ, ਬੁਢਾਪੇ ਦੀ, ਚਾਰਾਂ ਸ਼੍ਰੇਣੀਆਂ 'ਚ ਉਹਨਾਂ ਨੂੰ ਵੰਡ ਦਿੱਤਾ ਗਿਆ। ਪਰ ਇਹ ਜਿਹੜਾ ਸਮਾਂ ਜਿਹੜਾ ਨਿਕਲ ਜਾਂਦਾ ਹੈ। ਇਸ ਕਰਕੇ ਹੁੰਦੇ ਨੇ ਕਿ ਬਈ ਇਹਦੇ ਨਾਲ ਬਹੁਤਾ ਜ਼ਿਆਦਾ ਮੋਹ, ਇਹਦੇ ਨਾਲ ਬਹੁਤਾ ਜੁੜਨਾ ਨਹੀਂ ਹੈ। ਕੰਮ ਕਰਨੇ ਨੇ ਸਾਰੀਆਂ ਡਿਊਟੀਆਂ ਕਰਦਿਆਂ ਹੋਇਆਂ, ਫਿਰ ਵੀ ਕਿਉਂਕਿ ਅਭਿਆਸ ਜਿਹੜਾ ਆ, ਜਿਸ ਤਰ੍ਹਾਂ ਹੁਣ ਅਭਿਆਸ ਯੋਗ ਦਾ ਕਰਦੇ ਨੇ, ਸੁਰਤ ਸ਼ਬਦ ਦਾ, ਉਹਦੇ ਵਿੱਚ ਸਤਿਗੁਰੂ ਸਾਨੂੰ ਰੋਜ਼ ਮਰਨਾ ਸਿਖਾਉਂਦੇ ਨੇ। ਧਿਆਨ ਕੀ ਹੈ? ਧਿਆਨ ਇੱਕ ਅਵਸਥਾ ਜਿਹੜੀ ਹੈ, ਉਹ ਮਰਨ ਦੀ ਜਾਚ ਹੈ, ਹੋਰ ਨਹੀਂ ਹੈ ਕੁਛ ਵੀ। ਧਿਆਨ ਦੇ ਵਿੱਚ ਇੰਨਾ ਖੋ ਜਾਣਾ ਕਿ ਇਸ ਸਵਾਸਾਂ, ਇਸ ਦਾ ਪਤਾ ਹੀ ਨਾ ਲੱਗਣਾ ਕਿ ਚੱਲਦੇ ਪਏ ਆ ਜਾਂ ਨਹੀਂ ਚੱਲਦੇ ਪਏ। ਲੇਕਿਨ ਜੇ ਅਸੀਂ ਉਹ ਜਿਹੜਾ ਜੋ ਸਤਿਗੁਰੂ ਸਾਨੂੰ ਦੱਸਦੇ ਨੇ, ਉਸੇ ਤਰ੍ਹਾਂ ਦੀ ਉਹ ਰੂਟੀਨ ਦੇ ਵਿੱਚ ਅਸੀਂ ਕਰਦੇ ਹਾਂ, ਚੱਲਦੇ ਹਾਂ, ਅਤੇ ਫਿਰ ਪਤਾ ਲੱਗ ਜਾਂਦਾ ਹੈ। ਸਤਿਗੁਰੂ ਨੇ ਕਈ ਵਾਰ ਫਰਮਾਉਣਾ ਕਿ ਬਈ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਨੇ, ਉਹ ਰੋਜ਼ ਹੀ ਮਰਦੇ ਨੇ।
ਇਸ ਕਰਕੇ ਉਹਨਾਂ ਨੂੰ ਮਰਨ ਤੋਂ ਡਰ ਨਹੀਂ ਲੱਗਦਾ, ਕਿਉਂਕਿ ਉਹ ਤਾਂ ਰੋਜ਼ ਹੀ ਇੱਕ ਵਾਰ ਉਸ ਅਵਸਥਾ ਦੇ ਵਿੱਚੋਂ ਨਿਕਲ ਕੇ ਆਉਂਦੇ ਨੇ। ਅਸੀਂ ਜਦੋਂ ਸੋਚਦੇ ਹਾਂ ਉਸ ਚੀਜ਼ ਬਾਰੇ ਤੇ ਸਾਨੂੰ ਡਰ ਲੱਗਦਾ ਹੈ ਉਸ ਚੀਜ਼ ਦਾ, ਲੇਕਿਨ ਵਿਸ਼ਵਾਸ ਭਰੋਸਾ ਜਿਹੜਾ ਹੈ, ਜਦੋਂ ਸਾਨੂੰ ਸਤਿਗੁਰਾਂ ਦੇ ਬਚਨਾਂ ਤੇ ਹੋਏਗਾ, ਫਿਰ ਇਸ ਜ਼ਿੰਦਗੀ ਦਾ ਇੱਕ ਅਲੱਗ ਹੀ ਨਜ਼ਾਰਾ, ਅਲੱਗ ਹੀ ਇੱਕ ਮਜ਼ਾ ਹੁੰਦਾ ਹੈ। ਕਿਉਂਕਿ ਪਤਾ ਹੈ ਕਿ ਇੱਕ ਸਾਡੀ ਡਿਊਟੀ ਕੰਮ ਕਰਕੇ ਉਸ ਜਗ੍ਹਾ ਤੇ ਉਸ ਅਵਸਥਾ ਨੂੰ ਹਾਸਲ ਕਰਨਾ ਹੈ ਜਿੱਥੇ ਫਿਰ ਕਦੀ ਦੁੱਖ ਹੀ ਨਹੀਂ ਹੈ। ਇੱਥੇ ਜਿਹੜੇ ਮੂੰਹ ਦੇ ਜਿਹੜੇ ਬਾਹਰ ਦੇ ਰਿਸ਼ਤੇ ਨਾਤੇ ਨੇ ਜਿੰਨੇ ਵੀ ਹੈ, ਠੀਕ ਹੈ, ਹੌਲੀ ਹੌਲੀ ਕਰਦਿਆਂ ਅਸੀਂ ਉਹਨਾਂ ਨੂੰ ਪਾਲਦੇ ਹਾਂ, ਲੇਕਿਨ ਇੱਕ ਟਾਈਮ ਜਦੋਂ ਵਿਛੋੜੇ ਦਾ ਟਾਈਮ ਹੁੰਦਾ, ਦੁੱਖ ਹੁੰਦਾ ਹੈ। ਜਿਸ ਤਰ੍ਹਾਂ ਮਰਜ਼ੀ ਅਸੀਂ ਉਹਨੂੰ ਸਮਝ ਲਈਏ, ਉਹਨੂੰ ਪਾਲਿਆ ਹੋਵੇ, ਪਰ ਉਸ ਵੇਲੇ ਜਿੰਨਾ ਮਰਜ਼ੀ ਅਸੀਂ ਆਪਣੇ ਆਪ 'ਚ ਵਿਚਾਰ ਕੀਤੇ ਹੋਣ, ਪਰ ਜੇ ਬਾਹਰਲਾ ਨਾਤਾ ਹੋਏਗਾ ਤਾਂ ਉਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਹੈ ਪੀੜਾ ਹੁੰਦੀ ਹੈ। ਇਸ ਕਰਕੇ ਫਰਮਾਉਂਦੇ ਨੇ ਕਿ ਦਿਨਾਂ ਚਾਰ ਤਨ ਸੰਗ ਬਸੇਰਾ, ਫਿਰ ਛੂਟੇ ਜੇ ਗ੍ਰਾਮ। ਇਹ ਸੱਚਾਈ ਹੈ। ਪਰ ਜੇ ਸਤਿਗੁਰਾਂ ਦੇ ਜਿਸ ਰਸਤੇ 'ਤੇ ਅਸੀਂ ਚੱਲ ਰਹੇ ਹਾਂ, ਜੇ ਉਸ ਦੇ ਉੱਤੇ ਅਸੀਂ ਪੂਰਾ ਧਿਆਨ ਦੇਵਾਂਗੇ, ਤੇ ਫਿਰ ਹੌਲੀ ਹੌਲੀ ਕਰਦਿਆਂ ਸਤਿਗੁਰ ਵਿਸ਼ਵਾਸ ਕਰਵਾ ਦਿੰਦੇ ਨੇ। ਔਰ ਇਹ ਨਹੀਂ, ਸਤਿਗੁਰਾਂ ਦੇ ਬੱਚੇ ਮੈਂ ਕਈ ਵਾਰ ਦੇਖਦਾ ਹਾਂ ਕਿ ਅਵਸਥਾ ਬਦਲਦੀ ਹੈ। ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਜਿਹੜਾ ਅਭਿਆਸ ਕਰਦਾ ਹੈ ਉਹਦੀ ਦਸ਼ਾ ਬਦਲਦੀ ਹੈ। ਲੱਗਦਾ ਹੈ ਕਈ ਵਾਰ ਅਸੀਂ ਬੜੇ ਕਮਜ਼ੋਰ ਹੁੰਦੇ ਹਾਂ, ਪਰ ਸਤਿਗੁਰ ਕਿਰਪਾ ਕਰਕੇ, ਦਇਆ ਕਰਕੇ ਹੌਲੀ ਹੌਲੀ ਸਮਝ ਬਖਸ਼ ਦਿੰਦੇ ਨੇ, ਪਤਾ ਲੱਗਣਾ ਸ਼ੁਰੂ ਹੋ ਜਾਂਦਾ। ਠੀਕ ਹੈ, ਕਿਉਂਕਿ ਕੋਈ ਚੀਜ਼ ਟੁੱਟਦੀ ਏ ਤੇ ਫਰਕ ਤਾਂ ਪੈਂਦਾ ਹੈ, ਪਰ ਅੰਦਰ ਇੰਨਾ ਵਿਸ਼ਵਾਸ ਭਰੋਸਾ ਹੋ ਜਾਂਦਾ, ਸਤਿਗੁਰ ਇੰਨਾ ਹੱਥ ਰੱਖਿਆ ਹੁੰਦਾ ਹੈ, ਇੰਨਾ ਵਿਸ਼ਵਾਸ ਹੁੰਦਾ ਹੈ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਚੱਲਦੇ ਹਾਂ ਕਿ ਨਹੀਂ, ਇਹ ਵੀ ਸੱਚਾਈ ਹੀ ਹੈ। ਇਸ ਲਈ ਠੀਕ ਹੈ, ਆਪਣੇ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਵਿਸ਼ਵਾਸ ਕਰਕੇ, ਭਰੋਸਾ ਕਰਕੇ ਚੱਲਣਾ ਜਿਹੜਾ ਆ, ਇਹ ਸਾਨੂੰ ਹੀ ਸੁਖੀ ਕਰ ਸਕਦਾ ਹੈ। ਹੋਰ ਕੋਈ ਸਾਧਨ ਨਹੀਂ ਹੈਗਾ। ਹੋਰ ਅਸੀਂ ਸੰਸਾਰੀ ਕੰਮ ਜਿੰਨੇ ਮਰਜ਼ੀ ਕਰ ਲਈਏ, ਠੀਕ ਹੈ, ਪਾਲਣਾ ਪੋਸ਼ਣ ਵਾਸਤੇ ਹਰ ਇੱਕ ਚੀਜ਼ ਚਾਹੀਦੀ ਹੈ, ਘਰ-ਬਾਰ ਵੀ ਚਾਹੀਦਾ ਹੈ, ਪੈਸਾ ਵੀ ਚਾਹੀਦਾ, ਕੱਪੜੇ ਚਾਹੀਦੇ ਨੇ, ਗੱਡੀਆਂ ਚਾਹੀਦੀਆਂ, ਸਭ ਕੁਝ ਚਾਹੀਦਾ, ਸਭ ਕੁਝ ਹੋਣਾ। ਪਰ ਜੇ ਅਸੀਂ ਸੋਚਦੇ ਹਾਂ ਕਿ ਇਹਦੇ ਨਾਲ ਸੁੱਖ ਨਹੀਂ, ਹੁਣ ਕਿਹਾ ਕਿ ਨਾ ਸੁੱਖ ਵਿੱਚ ਗ੍ਰਸਤ ਦੇ, ਨਾ ਸੁੱਖ ਛੱਡ ਗਿਆ, ਸੁੱਖ ਹੈ ਵਿੱਚ ਵਿਚਾਰ ਦੇ, ਸੰਤ ਦੀ ਸ਼ਰਨ ਪਿਆ। ਜਦੋਂ ਸਿੱਖ ਸ਼ਰਨ ਦੇ ਵਿੱਚ ਆ ਕੇ ਉਹਨਾਂ ਦੇ ਬਚਨਾਂ 'ਤੇ ਵਿਚਾਰ ਕਰਨਾ ਸ਼ੁਰੂ ਕਰਦਾ ਹੈ, ਫਿਰ ਇਹਦੀ ਵਿਚਾਰਧਾਰਾ ਬਦਲ ਜਾਂਦੀ ਹੈ। ਫਿਰ ਉਹੀ ਵਿਚਾਰ ਜਿਹੜੇ ਇਹਨੂੰ ਦੁੱਖ ਦਿੰਦੇ ਨੇ, ਦੁਖੀ ਕਰਦੇ ਸੀ, ਉਹੀ ਵਿਚਾਰਾਂ ਦਾ ਇਹਨੂੰ ਪਤਾ ਲੱਗ ਜਾਂਦਾ ਕਿ ਨਹੀਂ, ਇਹ ਮੇਰੇ ਵਿਚਾਰਾਂ ਕਰਕੇ ਦੁੱਖ ਹੈ। ਜਦੋਂ ਅਸੀਂ ਗੁਰੂ ਦੇ ਵਿਚਾਰ ਲੈ ਲੈਂਦੇ ਹਾਂ, ਗੁਰੂ ਦੀ ਉਹ ਜਿਹੜੀ ਸਿੱਖਿਆ ਲੈ ਲੈਂਦੇ ਹਾਂ, ਫਿਰ ਇਹ ਦੁੱਖ ਜਿਹੜਾ ਹੈ ਫਿਰ ਘਟ ਜਾਂਦਾ ਹੈ। ਹਾਂਜੀ। ਦਿਨਾਂ ਚਾਰ ਤਨ ਸੰਗ ਬਸੇਰਾ, ਫਿਰ ਛੂਟੇ ਜੇ ਗ੍ਰਾਮ, ਧਨ ਦਾਰਾ ਸੁਤ ਨਾਤੀ ਕਹੀਅਨ, ਜੇ ਨਹੀਂ ਆਵੇਂ ਕਾਮ, ਸਵਾਸ ਦੁਧਾਰਾ ਨਿਤ ਹੀ ਜਾਰੀ, ਇੱਕ ਦਿਨ ਖਾਲੀ ਚਾਮ, ਮਸ਼ਕ ਸਮਾਨ ਜਾਨ ਇਹ ਦੇਹੀ, ਬਹਿਤੀ ਆਠੋਂ ਜਾਮ, ਤੂੰ ਅਚੇਤ ਗਾਫਲ ਹੋ ਰਹਿਤਾ, ਸੁਣੇ ਨਾ ਮੂਲ ਕਲਾਮ। ਹੁਣ ਸਤਿਗੁਰਾਂ ਦਾ ਨਾਮ ਲੈ ਕੇ, ਉਹਨਾਂ ਦੀ ਸ਼ਰਨ 'ਚ ਜਾ ਕੇ ਜਿਹੜਾ ਜੀਵ ਗਾਫਲ ਰਹਿੰਦਾ ਹੈ,
ਜਿਹੜਾ ਜੀਵ ਉਹਨਾਂ ਦੇ ਬਚਨਾਂ ਦੇ ਉੱਤੇ ਵਿਚਾਰ ਨਹੀਂ ਕਰਦਾ, ਉਹਨੂੰ ਫਿਰ ਦੁੱਖ ਹੁੰਦਾ ਹੈ, ਕਿਸੇ ਵੀ ਤਰ੍ਹਾਂ ਹੀ। ਕਿਉਂਕਿ ਉਹਨੇ ਫਰਮਾਇਆ ਕਿ ਕਿਆ ਹਿੰਦੂ, ਕਿਆ ਮੁਸਲਮਾਨ, ਕਿਆ ਸਿੱਖ, ਈਸਾਈ, ਜੈਨ, ਗੁਰ ਭਗਤੀ ਪੂਰੇ ਬਿਨਾ ਕੋਈ ਨਾ ਪਾਵੇ ਚੈਨ। ਕੋਈ ਵੀ ਹੋਵੇ ਚਾਹੇ, ਚੈਨ ਉਹਨੂੰ ਹੀ ਆਏਗਾ ਜਿਹਨੂੰ ਗੁਰੂ ਦੇ ਬਚਨਾਂ ਦੀ ਸਮਝ ਲੱਗੇਗੀ। ਜਦੋਂ ਸਮਝ ਲੱਗ ਗਈ ਤੇ ਇਹਨੇ ਉਸ 'ਤੇ ਚੱਲਣਾ ਸ਼ੁਰੂ ਕਰ ਦਿੱਤਾ, ਤੇ ਹੌਲੀ ਹੌਲੀ ਕਰਦਿਆਂ ਕਰਦਿਆਂ ਇਹਦੇ ਜਿਹੜੇ ਵਿਚਾਰ ਬਦਲ ਜਾਣਗੇ। ਹੌਲੀ ਹੌਲੀ ਇਹਨੂੰ ਸਮਝ ਲੱਗ ਜਾਏਗੀ ਕਿ ਸੱਚਾਈ ਕੀ ਹੈ ਇਸ ਦੇਸ਼ ਦੀ। ਜਦੋਂ ਇਸ ਦੇਸ਼ ਦੀ ਸੱਚਾਈ ਦਾ ਪਤਾ ਚੱਲ ਗਿਆ, ਤੇ ਫਿਰ ਉਹ ਜਿਹੜਾ ਸਾਡਾ ਮੋਹ ਜਾਂ ਸਾਡਾ ਜਿਹੜਾ ਉਹਦੇ ਨਾਲ ਜਿੰਨਾ ਵੀ ਨਾਤਾ ਹੈ, ਉਹਦਾ ਸਮਝ ਲੱਗ ਜਾਏਗੀ ਕਿ ਇਹ ਬਈ ਕਿੰਨਾ ਕੁ ਸੱਚਾ ਹੈ। ਜਦੋਂ ਅਸੀਂ ਇੱਥੇ ਜਨਮ ਲੈਂਦੇ ਹਾਂ, ਉਸ ਤੋਂ ਪਹਿਲਾਂ ਤਾਂ ਸਾਨੂੰ ਕਿਸੇ ਨੂੰ ਵੀ ਨਹੀਂ ਪਤਾ ਕਿ ਉਸ ਤੋਂ ਪਹਿਲਾਂ ਅਸੀਂ ਕਿੱਥੇ ਸੀ। ਜਦੋਂ ਇੱਥੋਂ ਚਲੇ ਜਾਂਦੇ ਆ, ਫਿਰ ਨਹੀਂ ਪਤਾ ਹੁੰਦਾ ਕਿ ਜਿਹੜਾ ਇੱਥੋਂ ਸੁਰਤ ਗਈ ਜਾਂ ਇੱਥੋਂ ਆਤਮਾ ਗਈ ਕਿੱਥੇ ਗਈ ਹੈ, ਕਿ ਕੋਈ ਪਤਾ ਨਹੀਂ ਚੱਲਦਾ। ਹੋ ਸਕਦਾ ਹੈ ਉਹੀ ਸੁਰਤ ਜਦੋਂ ਜਨਮ ਲੈਣ ਤੋਂ ਪਹਿਲਾਂ ਜਿਹੜੇ ਘਰ 'ਚ ਅਸੀਂ ਜਨਮ ਲਿਆ ਹੁੰਦਾ ਹੈ, ਹੋ ਸਕਦਾ ਹੈ ਕਿ ਆਪਣੇ ਕਰਮਾਂ ਦੇ ਮੁਤਾਬਕ 2 ਘਰ ਛੱਡ ਕੇ ਪਹਿਲਾਂ ਹੀ ਉੱਥੇ ਉੱਥੇ ਅਸੀਂ ਜਨਮ ਲਿਆ ਹੋਵੇ ਪਹਿਲਾਂ ਕਿਤੇ। ਲੇਕਿਨ ਜਦੋਂ ਜਦੋਂ ਵੀ ਇਹ ਸਰੀਰ ਛੱਡਦੇ ਆ, ਨਵਾਂ ਇੱਕ ਜਿਹੜਾ ਆ ਜਨਮ ਮਿਲ ਜਾਂਦਾ ਹੈ, ਜਿਹੜਾ ਨਵਾਂ ਜਾਮਾ ਮਿਲ ਜਾਂਦਾ ਹੈ। ਫਿਰ ਜਿੱਥੇ ਅਸੀਂ ਜਨਮ ਲੈਂਦੇ ਹਾਂ, ਜਿਸ ਦੇਸ਼ ਦੇ ਵਿੱਚ ਜਨਮ ਲੈਂਦੇ ਹਾਂ, ਜਿਸ ਧਰਮ ਦੇ ਵਿੱਚ ਜਨਮ ਲੈਂਦੇ ਹਾਂ, ਸਾਨੂੰ ਲੱਗਦਾ ਹੈ ਕਿ ਇਹੋ ਹੀ ਸੱਚਾ ਹੈ। ਹੁਣ ਅਸੀਂ ਅੱਜ ਆਪਣੇ ਇਸ ਦੇਸ਼ ਦੇ ਵਿੱਚ, ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਰਹਿ ਰਹੇ ਹਾਂ। ਅਸੀਂ ਆਪਣੇ ਬੜਾ ਗਰਵ ਮਹਿਸੂਸ ਕਰਦੇ ਹਾਂ, ਅਸੀਂ ਹਿੰਦੁਸਤਾਨੀ, ਅਸੀਂ ਬਈ ਭਾਰਤ ਦੇ ਵਾਸੀ ਹਾਂ। ਅੱਜ ਅਸੀਂ ਪੰਜਾਬ 'ਚ ਰਹਿ ਰਹੇ ਹਾਂ ਜੀ, ਪੰਜਾਬ 'ਤੇ ਬੜਾ ਮਾਣ ਹੈ, ਠੀਕ ਹੈ। ਲੇਕਿਨ ਇੱਥੋਂ ਜਦੋਂ ਕਰਮਾਂ ਦੇ ਮੁਤਾਬਕ ਛੱਡ ਕੇ, ਮੰਨ ਲਓ ਮਨ ਦੇ ਵਿੱਚ ਕੋਈ ਬਹੁਤ ਜ਼ਿਆਦਾ ਜਿਹੜੀ ਐਸੀ ਇੱਛਾ ਹੈ ਬਾਹਰ ਜਾਣ ਦੀ, ਹੁਣ ਜਹਾਂ ਆਸਾ ਤਹਾਂ ਵਾਸਾ। ਹੁਣ ਜਦੋਂ ਇੱਛਾ ਦੇ ਮੁਤਾਬਕ ਉਹ ਜਦੋਂ ਜਨਮ ਛੱਡਿਆ, ਇਹ ਮੌਤ ਹੋਈ, ਤੇ ਫਿਰ ਕਿਤੇ ਜਨਮ ਹੋਰ ਦੇਸ਼ ਕਿਸੇ 'ਚ ਲੈ ਲਿਆ, ਤੇ ਉਸ ਦੇਸ਼ ਨਾਲ ਪਿਆਰ ਪੈ ਗਿਆ। ਅੱਜ ਅਸੀਂ ਕਹਿੰਦੇ ਅਸੀਂ ਹਿੰਦੂ ਹਾਂ, ਅਸੀਂ ਸਿੱਖ ਹਾਂ, ਅਸੀਂ ਈਸਾਈ ਹਾਂ, ਅਸੀਂ ਮੁਸਲਮਾਨ ਹਾਂ। ਇਹਨਾਂ ਦੇ ਵਿੱਚ ਪੈ ਕੇ ਅਸੀਂ ਲੜਦੇ ਰਹਿੰਦੇ ਹਾਂ, ਆਪਣੇ ਆਪ ਨੂੰ ਕਰਦੇ ਰਹਿੰਦੇ ਹਾਂ। ਪਰ ਸਤਿਗੁਰਾਂ ਨੇ ਕੀ ਫਰਮਾਇਆ ਕਿ ਅਬ ਮਿਲੋ ਸਤਨਾਮ, ਚੜ੍ਹ ਕੇ ਸੱਚੇ ਨਾਮ ਦੇ ਨਾਲ ਜੁੜ ਜਾਓ। ਸਾਨੂੰ ਆਪਣੇ ਨਾਮਾਂ ਦਾ ਪਤਾ ਹੈ ਕਿ ਸਾਡਾ ਇਹ ਨਾਮ ਹੈ। ਨਾਮਾਂ ਕਰਕੇ ਹੀ ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ, ਪਰ ਉਹ ਜਿਹੜਾ ਸਾਡਾ ਸੱਚਾ ਨਾਮ ਹੈ, ਉਹਦਾ ਸਾਨੂੰ ਨਹੀਂ ਪਤਾ ਹਜੇ। ਜਦੋਂ ਉਸ ਸੱਚੇ ਨਾਮ ਨਾਲ, ਸਤਨਾਮ ਨਾਲ ਹੋਏਗਾ, ਸਾਡਾ ਪਾਲਾ ਪਏਗਾ, ਉਹਦੇ ਨਾਲ ਮੇਲ ਹੋਏਗਾ, ਤੇ ਸਾਨੂੰ ਆਪਣੇ ਆਪਣੇ ਨਾਮ ਦਾ ਵੀ ਪਤਾ ਲੱਗੇਗਾ ਕਿ ਅਸੀਂ ਕੀ ਹਾਂ। ਜਿੱਥੇ ਜਾ ਕੇ ਉਹਨਾਂ ਨੇ ਕਿਹਾ ਕਿ ਬਈ ਮੈਂ ਹੀ ਪ੍ਰਮਾਤਮਾ ਹਾਂ, ਜਿਸ ਤਰ੍ਹਾਂ ਜਦੋਂ ਇੱਕ ਫਕੀਰ ਨੇ ਕਿਹਾ ਸੀ, ਉਹ ਇੱਕ ਦਸ਼ਾ ਜਿਹੜੀ ਸੀ ਇੱਕ ਹੋਰ ਸੀ ਕਿ ਰਾਜੇ ਨੇ ਉਹਨੂੰ ਫੜ ਲਿਆ, ਕਿ ਲੋਕਾਂ ਨੇ ਕਿਹਾ ਕਿ ਲਓ ਜੀ, ਇਹ ਤੇ ਆਪਣੇ ਆਪ ਨੂੰ ਹੀ ਕਹੀ ਜਾ ਰਿਹਾ ਕਿ ਮੈਂ ਹੀ ਸਭ ਕੁਛ ਹਾਂ। ਪਰ ਜਦੋਂ ਉਹਦੇ ਨਾਲ ਮੇਲ ਹੋ ਜਾਂਦਾ ਹੈ, ਫਿਰ ਇਹਨੂੰ ਪਤਾ ਲੱਗਦਾ ਕਿ ਮੇਰੇ ਤੋਂ ਪਰਮਾਤਮਾ ਦੇ ਵਿੱਚ ਕੋਈ ਦੂਰੀ ਨਹੀਂ, ਵੱਖਰਾ ਨਹੀਂ ਹੈਗਾ ਕੁਛ ਵੀ। ਤੇ ਫਰਮਾਉਂਦੇ ਨੇ ਕਿ ਧਨ ਦਾਰਾ ਸੁਤ ਨਾਤੀ ਕਹੀਐਨ, ਜੇ ਨਹੀਂ ਆਵੇ ਕਾਮ। ਇਹ ਠੀਕ ਹੈ, ਬੜੇ ਪਿਆਰੇ ਤੇ ਸਭ ਕੁਛ ਨਾਤੇ ਨੇ, ਪਰ ਉਹਨਾਂ ਨੇ ਸਾਫ਼ ਹੀ ਫਰਮਾ ਦਿੱਤਾ ਕਿ ਇਹ ਜੋ ਵੀ ਹੈ, ਸਾਰੀ ਉਮਰ ਅਸੀਂ ਧਨ ਇਕੱਠਾ ਕਰਦੇ ਰਹਿੰਦੇ ਹਾਂ, ਮੋਹ ਪਾਲਦੇ ਰਹਿੰਦੇ ਹਾਂ, ਪਰ ਕਹਿੰਦੇ ਕਿ ਜਦੋਂ ਉਹ ਸਮਾਂ ਆਉਂਦਾ ਹੈ, ਇਹ ਕੋਈ ਵੀ ਕੰਮ ਨਹੀਂ ਆਉਂਦਾ ਸਾਡੇ। ਜੋ ਮਰਜ਼ੀ ਸਾਡੇ ਪਾਸ ਹੋਵੇ, ਉਸ ਵੇਲੇ ਕੋਈ ਵੀ ਸਾਡੇ ਕੰਮ ਨਹੀਂ ਆਉਂਦਾ। ਕਿ ਫਰਮਾਇਆ ਸਵਾਸ ਦੋ ਧਾਰਾ ਨਿਤ ਹੀ ਜਾਰੀ, ਇੱਕ ਦਿਨ ਖਾਲੀ ਚਾਮ। ਹੁਣ ਜਿਹੜੇ ਸਵਾਸ ਮਿਲੇ ਨੇ, ਕਿੰਨੇ ਲੈਣੇ ਨੇ, ਕਿੰਨੇ ਛੱਡਣੇ ਨੇ, ਇਹ ਸਭ ਕੁਛ ਨੀਅਤ ਤੇ ਪਹਿਲਾਂ ਦੋਨੋਂ ਤਰ੍ਹਾਂ ਹੀ ਇਹ ਜਿਹੜੀ ਥੈਲੀ ਜਿਹੜੀ ਖਤਮ ਹੋ ਰਹੀ ਹੈ। ਤੇ ਕਹਿੰਦੇ ਕਿ ਜਦੋਂ ਮੰਨ ਲਓ ਕਿ ਕਿਸੇ ਜਗ੍ਹਾ ਦੇ ਵਿੱਚ ਕਿਸੇ ਟੈਂਕੀ ਜਾਂ ਕੋਈ ਵੀ ਐਸਾ ਭਾਂਡਾ ਜਿਹਦੇ 'ਚ ਇੱਕ ਵੀ ਛੇਕ ਹੋਵੇ, ਤੇ ਉਹ ਵੀ ਟਾਈਮ ਨਾਲ ਖਾਲੀ ਹੋ ਜਾਂਦਾ ਹੈ। ਤੇ ਜਿਹਦੇ 'ਚ 2 ਛੇਕ ਨੇ, ਤੇ ਉਹ ਕਹਿੰਦੇ ਆ ਕਿ ਬਈ ਉਹ ਕਿੰਨੀ ਜਲਦੀ ਉਹ ਭਾਂਡਾ ਖਤਮ ਹੋਏਗਾ। ਸੁੱਤਿਆਂ ਜਾਗਦਿਆਂ ਦੇਖੋ ਕਿ ਕੈਸੀ ਰਚਨਾ ਬਣਾਈਏ। ਇਹ ਨਹੀਂ ਜਾਗਦੇ ਅਸੀਂ ਦਿਨੇ ਦਿਨੇ ਹੀ ਹਾਂ, ਕੰਮ ਅਸੀਂ ਦਿਨੇ ਦਿਨੇ ਹੀ ਕਰਦੇ ਹਾਂ, ਪਰ ਰਾਤ ਵਾਲਾ ਟਾਈਮ ਵੀ ਉਹਦੇ ਵਿੱਚ ਹੀ ਕਾਊਂਟ ਹੋ ਰਿਹਾ। ਸੁੱਤੇ ਪਿਆਂ ਵੀ ਅਸੀਂ, ਜੇ ਕੋਈ ਕਹਿੰਦਾ ਹੈ ਕਿ ਇਹ ਕਿਸੇ ਬੰਦੇ ਦੀ 80 ਸਾਲ ਉਮਰ ਹੈ, ਤੇ ਉਹਦੀ 30-40 ਸਾਲ ਤਾਂ ਸੁੱਤੇ ਹੀ ਲੰਘ ਗਈ ਵਿੱਚ, ਕਿਉਂਕਿ 24 ਘੰਟਿਆਂ ਦੇ ਵਿੱਚੋਂ ਅਸੀਂ 8-10 ਘੰਟੇ ਤਾਂ ਸੁੱਤੇ ਰਹਿੰਦੇ ਹਾਂ। ਹੁਣ ਉਹ ਜਿਹੜਾ ਟਾਈਮ ਵੀ ਉਹਦੇ ਵਿੱਚ ਹੀ ਪੈ ਗਿਆ। ਇਸੇ ਤਰ੍ਹਾਂ ਸਵਾਸ ਲੈ ਰਹੇ ਹਾਂ, ਛੱਡ ਰਹੇ ਹਾਂ, ਉਹ ਜਿਹੜਾ ਕੰਮ ਜਿਹੜਾ ਚੱਲੀ ਜਾ ਰਿਹਾ। ਇਸ ਕਰਕੇ ਕਹਿੰਦੇ ਇਹਦੀ ਫਿਕਰ ਜ਼ਰੂਰ ਕਰੀ। ਉਹ ਅਸੀਂ ਸੋਚਦੇ ਹਾਂ ਕਿ ਟਾਈਮ ਇੱਦਾਂ ਹੀ ਚੱਲਦਾ ਰਹਿਣਾ, ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਹੈ, ਪਰ ਉਹ ਕਹਿੰਦੇ ਟਾਈਮ ਤਾਂ ਖਤਮ ਹੋ ਰਿਹਾ ਹੈ, ਸਵਾਸ ਜਿਹੜੇ ਨੇ ਖਤਮ ਹੋ ਰਹੇ ਨੇ।
ਇਸ ਕਰਕੇ ਬਣਾਇਆ ਕਿ ਸਵਾਸ ਦੁਧਾਰਾ ਨਿਤ ਹੀ ਜਾਰੀ, ਇੱਕ ਦਿਨ ਖਾਲੀ ਚਾਮ, ਮਸ਼ਕ ਸਮਾਨ ਜਾਨ ਜੇ ਦੇਹੀ, ਬਹਿਤੀ ਆਠੋ ਜਾਮ। ਦਿਨ ਰਾਤ ਕਰਕੇ ਜਿਹੜਾ ਟਾਈਮ ਜਿਹੜਾ ਹੈ ਘਟਦਾ ਜਾ ਰਿਹਾ ਹੈ, ਇਹ ਖਾਲੀ ਹੁੰਦਾ ਜਾ ਰਿਹਾ ਹੈ। ਬਣਾਇਆ ਤੂੰ ਅਚੇਤ ਗਾਫਲ ਹੋ ਰਹਿਤਾ, ਸੁਨੇ ਨਾ ਮੂਲ ਕੁਲਾਮ। ਕਹਿੰਦੇ ਜਿਹੜਾ ਮੂਲ ਕਲਾਮ ਜੋ ਅੰਦਰ ਧੁਨ ਜਿਹੜੀ ਆ ਰਹੀ ਹੈ, ਜਿਹੜੀ ਉਹਨੂੰ ਮਿਲਣ ਵਾਸਤੇ, ਉਹਦੇ ਵਾਸਤੇ ਅਸੀਂ ਕੋਈ ਯਤਨ ਨਹੀਂ ਕਰਦੇ ਉਹਨੂੰ ਸੁਣਨ ਵਾਸਤੇ, ਉਹਦੇ ਵੱਲ ਕੋਈ ਧਿਆਨ ਨਹੀਂ ਹੈ। ਜਦੋਂ ਸਾਨੂੰ ਸਤਿਗੁਰਾਂ ਦੇ ਬਚਨਾਂ ਦੀ ਸਮਝ ਆਏਗੀ, ਜਿਸ ਤਰ੍ਹਾਂ ਉਹਨਾਂ ਨੇ ਜੋ ਸਾਨੂੰ ਡਿਊਟੀ ਲਗਾਈ ਹੈ, ਪਰ ਹੁਣ ਬਾਹਰ ਇੰਨਾ ਸ਼ੋਰ ਸ਼ਰਾਬਾ ਹੈ, ਅਸੀਂ ਆਪਣੇ ਅੰਦਰ ਹੀ ਜਦੋਂ ਦੇਖੀਏ ਕਿ ਸਾਡੇ ਅੰਦਰ ਹੀ ਕਿੰਨੀਆਂ ਆਵਾਜ਼ਾਂ ਆ ਰਹੀਆਂ, ਸਾਰੇ ਔਰਗਨ ਜਿਹੜੇ ਨੇ ਚੱਲ ਰਹੇ ਨੇ। ਨਬਜ ਜਿੱਥੋਂ ਮਰਜ਼ੀ ਫੜ ਕੇ ਦੇਖਦੇ ਹਾਂ, ਨਬਜ ਟਿਕ 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 ਕਰ ਰਹੀ ਹੈ। ਜਦੋਂ ਅਸੀਂ ਕਿਸੇ ਯੰਤਰ ਦੇ ਨਾਲ ਉਹਨੂੰ ਸੁਣਨ ਦੀ ਕੋਸ਼ਿਸ਼ ਕਰਦੇ ਹਾਂ, ਹਾਰਟ ਬੀਟ ਨੂੰ, ਉਹ ਸੁਣਦੀ ਹੈ, ਲੇਕਿਨ ਉੱਦਾਂ ਸਾਨੂੰ ਕੋਈ ਪਤਾ ਨਹੀਂ ਚੱਲਦਾ। ਇਸੇ ਤਰ੍ਹਾਂ ਹੀ ਅੰਦਰ ਜਿਹੜਾ ਜੋ ਵੀ ਉਹ ਸਭ ਕੁਝ ਹੋ ਰਿਹਾ ਹੈ, ਪਰ ਜਿੰਨਾ ਜਿੰਨਾ ਸਾਡਾ ਜਿਹੜਾ ਧਿਆਨ ਬਾਹਰ ਬਾਰੇ ਪਾਸੇ ਆ, ਓਨਾ ਹੀ ਅਸੀਂ ਗਾਫਲ ਹੋਏ ਪਏ ਹਾਂ। ਜਦੋਂ ਅਸੀਂ ਧਿਆਨ ਦੇ ਵਿੱਚ ਕਿਸੇ ਨੂੰ ਬੈਠਿਆਂ ਦੇਖਦੇ ਹਾਂ, ਤੇ ਉਹ ਬਿਲਕੁਲ ਇਸ ਤਰ੍ਹਾਂ ਅੱਖਾਂ ਬੰਦ ਕਰਕੇ, ਬਿਨਾਂ ਹਿੱਲੇ ਡੁੱਲੇ, ਬਿਨਾਂ ਕਿਸੇ ਉਹਦੇ ਯਤਨ ਦੇ ਦੇਖਦੇ ਨੇ ਅੰਦਰ, ਬਾਹਰਲੇ ਪਾਸੋਂ ਸਿਰਫ ਇਹਨੂੰ ਬੰਦ ਕਰਦੇ ਨੇ, ਤੇ ਅੰਦਰ ਉਹ ਜਿਹੜਾ ਜੋ ਸਾਡੇ ਹਰ ਵੇਲੇ ਹੀ ਜਿਹੜਾ ਧੁਨ ਜਿਹੜੀ ਆ ਰਹੀ ਹੈ ਉਹ ਸੁਣਾਈ ਦਿੰਦੀ ਹੈ। ਫਿਰ ਉਹਦੇ ਨਾਲ ਕਰਦਿਆਂ ਕਰਦਿਆਂ ਸੁਰਤ ਜਿਹੜੀ ਹੈ ਨੌਵਾਂ ਦੁਆਰਾਂ ਤੋਂ, ਕਿਉਂਕਿ ਉਹਨੇ ਫਰਮਾਇਆ ਕਿ ਉਹ 10ਵੇਂ ਦੁਆਰ ਦੇ ਉੱਤੇ ਤੁਹਾਨੂੰ ਘਰਾਂ ਦੇ ਰਿਹਾ ਸ਼ਬਦ, ਅਸੀਂ 9 ਦੁਆਰਾਂ ਦੇ ਵਿੱਚ ਹੀ ਤੁਰੇ ਫਿਰਦੇ ਹਾਂ। ਕਦੀ ਕਿਸੇ ਦੁਆਰ ਕੁਝ ਦਾ ਜ਼ੋਰ ਪੈਂਦਾ, ਕਦੀ ਕਿਸੇ ਦਾ, ਬਸ ਇਹਨਾਂ ਦੇ ਵਿੱਚ ਹੀ ਆਪਣਾ ਜਿਹੜਾ ਟਾਈਮ ਲੰਘਦਾ ਜਾਂਦਾ। ਜਦੋਂ ਇਹਦਾ 9 ਦੁਆਰਾਂ ਤੋਂ ਉੱਠ ਕੇ ਇਹਨਾਂ ਤੋਂ ਮਨ ਨੂੰ ਹਟਾ ਕੇ ਥੋੜ੍ਹਾ ਜਿਹਾ ਉਧਰ ਨੂੰ ਯਤਨ ਕਰਦੇ ਹਾਂ, ਤੇ 10ਵੇਂ ਦੁਆਰ 'ਤੇ ਫਿਰ ਉਹ ਕਹਿੰਦੇ ਜਿਹੜੀ ਧੁਨ ਸੁਣਾਈ ਦਿੰਦੀ ਹੈ, ਫਿਰ ਉੱਥੇ ਉਹ 24 ਘੰਟੇ ਹੀ ਹੋ ਰਹੀ ਹੈ। ਫਿਰ ਉਹ ਇੰਨੀ ਆਨੰਦ ਵਾਲੀ ਹੈ, ਇੰਨਾ ਅਟਰੈਕਟਿਵ ਹੈ ਕਿ ਧਿਆਨ ਉਧਰ ਨੂੰ ਹੀ ਚੱਲਣਾ ਸ਼ੁਰੂ ਹੋ ਜਾਂਦਾ ਹੈ। ਘਰ ਦੇ ਵਿੱਚ ਕੋਈ ਮਿਊਜ਼ਿਕ ਅੱਛਾ ਗਾਣਾ ਕੋਈ ਚੱਲ ਰਿਹਾ ਹੋਵੇ, ਤੇ ਕੋਈ ਬੱਚਿਆਂ ਨੇ ਰੌਲਾ ਪਾਇਆ ਹੋਇਆ, ਅਸੀਂ ਇੱਕਦਮ ਕਹਿੰਦੇ ਵੀ ਚੁੱਪ ਕਰ 2 ਮਿੰਟ ਧਿਆਨ ਨਾਲ ਸੁਣ ਲੈਂਦੇ, ਕਿਉਂਕਿ ਉਹ ਸਾਨੂੰ ਆਨੰਦ ਦਿੰਦਾ। ਜਦੋਂ ਉਹ ਚੀਜ਼ ਆਨੰਦ ਮਿਲੇਗਾ, ਇਹ ਬਾਹਰ ਦੇ ਕੋਈ ਵਾਜੇ ਗਾਜੇ ਕੋਈ ਵੀ ਚੀਜ਼ਾਂ ਉਹਦੇ ਬਰਾਬਰ ਨਹੀਂ ਹੈ। ਫਿਰ ਇਹ ਆਪਣੇ ਆਪ ਹੀ ਇੱਧਰੋਂ ਧਿਆਨ ਛੱਡੇਗਾ। ਲੇਕਿਨ ਉੱਥੋਂ ਤੱਕ ਪਹੁੰਚਣ ਦਾ ਜਿਹੜਾ ਯਤਨ ਹੈ ਉਹ ਸਤਿਗੁਰ ਦੱਸਦੇ ਨੇ। ਜੇ ਉਹਨਾਂ ਦੇ ਤਰੀਕੇ ਦੇ ਨਾਲ, ਟਾਈਮ ਦੇ ਨਾਲ, ਜਿਸ ਤਰ੍ਹਾਂ ਬੱਚੇ ਸਕੂਲ ਜਾਂਦੇ ਨੇ, ਉਹਨਾਂ ਨੂੰ ਹੋਮਵਰਕ ਮਿਲਦਾ ਰੋਜ਼ ਦਾ ਰੋਜ਼, ਜੇ ਟੀਚਰ ਇੱਕ ਦਿਨ ਹੀ ਉਹਨੂੰ 1 ਸਾਲ ਦਾ ਕੰਮ ਦੇ ਦੇਵੇ, ਤਾਂ ਉਹ 1 ਦਿਨ 'ਚ ਨਹੀਂ ਕਰ ਸਕਦਾ। ਸਿਲੇਬਸ ਹੁੰਦਾ ਹੈ, ਅਲੱਗ ਅਲੱਗ ਚੈਪਟਰ ਨੇ, ਥੋੜ੍ਹਾ ਥੋੜ੍ਹਾ ਕਰਕੇ ਟੀਚਰ ਉਹਨੂੰ ਰੋਜ਼ ਦਿੰਦਾ ਹੈ। ਹੌਲੀ ਹੌਲੀ ਜਿੰਨਾ ਜਿੰਨਾ ਸਿਲੇਬਸ ਉਹ ਕਰੀ ਜਾਂਦਾ ਹੈ, ਉਹ ਅੱਗੇ ਵੱਧਦਾ ਜਾਂਦਾ ਹੈ। ਜਿਹੜਾ ਬੱਚਾ ਉਹ ਸਿਲੇਬਸ ਨਹੀਂ ਕਰਦਾ, ਫਿਰ ਜਦੋਂ ਇੱਕਦਮ ਪੇਪਰ ਆਉਂਦੇ ਨੇ, ਪਤਾ ਚੱਲਦਾ ਹੈ ਕਿ ਲੋ ਜੀ ਡੇਟ ਸ਼ੀਟ ਆ ਗਈ, ਪੇਪਰ ਆ ਗਏ, ਫਿਰ ਉਹ ਹੋਰ ਘਬਰਾ ਜਾਂਦਾ ਹੈ ਕਿ ਵੀ ਹੁਣ ਤਾਂ ਮੈਂ ਸਿਲੇਬਸ ਕਰ ਹੀ ਨਹੀਂ ਸਕਦਾ, ਹੁਣ ਮੈਂ ਕਿਸ ਤਰ੍ਹਾਂ ਨਿਕਲਾਂਗਾ। ਉਦੋਂ ਫਿਰ ਹਥਿਆਰ ਛੱਡ ਦਿੰਦਾ, ਬਿਲਕੁਲ ਕਹਿੰਦਾ ਹੁਣ ਨਹੀਂ ਮੈਂ ਕਰ ਸਕਦਾ। ਇਸੇ ਤਰ੍ਹਾਂ ਹੀ ਜਦੋਂ ਅਸੀਂ ਸਤਿਗੁਰਾਂ ਪਾਸੋਂ ਨਾਮ ਦੀਕਸ਼ਾ ਲੈਂਦੇ ਹਾਂ, ਕਰਦੇ ਹਾਂ, ਉਹਨਾਂ ਦੇ ਬਚਨਾਂ ਦੇ ਮੁਤਾਬਕ ਚੱਲਣਾ ਸ਼ੁਰੂ ਕਰੀਏ। ਜੋ ਜੋ ਵਚਨ ਸਾਨੂੰ ਲੱਗਦੇ ਨੇ, ਅਸੀਂ ਸੋਚਦੇ ਹਾਂ ਸਾਡੇ ਕੋਲ ਬਹੁਤ ਟਾਈਮ ਹੈ, ਦੇਖ ਲਵਾਂਗੇ, ਕਰ ਲਵਾਂਗੇ, ਇਹ ਹੁਕਮ ਮੰਨਣ 'ਤੇ ਬਹੁਤ ਟਾਈਮ ਹੈ, ਕੋਈ ਗੱਲ ਨਹੀਂ, ਬਦਲ ਜਾਵਾਂਗੇ, ਕਰ ਲਵਾਂਗੇ। ਹੌਲੀ ਹੌਲੀ ਉਹ ਟਾਈਮ ਨਿਕਲਦਾ, ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਵੇਲੇ ਜਿਹੜੀ ਕਾਲ ਦੀ ਘੰਟੀ ਵੱਜ ਜਾਂਦੀ ਹੈ। ਪਰ ਜਦੋਂ ਅਸੀਂ ਸ਼ੁਰੂ ਕਰਦੇ ਹਾਂ, ਜਦੋਂ ਜਦੋਂ ਸਤਿਗੁਰ ਸਾਡੇ ਜੀਵਨ 'ਚ ਆਉਂਦੇ ਨੇ, ਉਸੇ ਵੇਲੇ ਹੀ ਬਦਲਾਅ ਆਉਣਾ ਚਾਹੀਦਾ ਹੈ। ਉਸੇ ਵੇਲੇ ਹੀ ਜਦੋਂ ਅਸੀਂ ਸਕੂਲ 'ਚ ਐਡਮਿਸ਼ਨ ਲੈਂਦੇ ਹਾਂ, ਨਾਲ ਸੋਚ ਲੈਂਦੇ ਹਾਂ ਕਿ ਬਈ ਮੈਂ ਆਹ ਜਿਹੜਾ ਕੋਰਸ ਲਿਆ, ਮੈਂ ਆਹ ਕੀਤਾ, ਅਤੇ ਬਈ ਮੈਂ ਇਹਦੇ ਵਿੱਚ ਮੇਰੇ ਕੋਲ ਇੰਨਾ ਟਾਈਮ ਪਤਾ ਹੁੰਦਾ ਹੈ। ਲੇਕਿਨ ਇਸ ਪਾਸੇ ਕਾਲ ਨੇ ਇੱਕ ਐਸਾ ਜਿਹੜੀ ਇਹ ਦੁੱਧ ਦਾ ਪਤਾ ਹੀ ਨਹੀਂ ਲੱਗਦਾ, ਬੰਦਾ ਸੋਚਦਾ ਕਿ ਪਤਾ ਨਹੀਂ ਸ਼ਾਇਦ ਚੱਲੀ ਜਾਣਾ ਇਸੇ ਤਰ੍ਹਾਂ। ਇਸ ਲਈ ਉਹਨਾਂ ਕਿਹਾ ਕਿ ਬਿਲਕੁਲ ਅਲਰਟ ਹੋ ਕੇ ਆਪਣਾ ਜੀਵਨ ਜਿਹੜਾ ਆ ਉਧਰ ਨੂੰ ਲਗਾਈਏ। ਫਿਰ ਇਹ ਹੈ ਕਿ ਜਿੰਨਾ ਜਿੰਨਾ ਕੰਮ ਹੋਈ ਜਾਏਗਾ ਨਾਲ ਨਾਲ, ਐਸਾ ਨਹੀਂ ਇਹ ਪਤਾ ਨਹੀਂ ਲੱਗੇਗਾ। ਕਿਉਂ ਸਤਿਗੁਰਾਂ ਨੇ ਫਰਮਾਇਆ ਸੀ ਕਿ ਜਿੰਦਿਆਂ ਜੀ ਮੁਕਤੀ ਮਿਲਦੀ ਹੈ, ਮਰ ਕੇ ਨਹੀਂ ਮੁਕਤੀ, ਜਿੰਦਿਆਂ ਜੀ ਮੁਕਤੀ ਮਿਲੇਗੀ। ਕਿਉਂਕਿ ਮਰ ਕੇ ਤਾਂ ਕਦੀ ਕੋਈ ਦੱਸਣ ਹੀ ਨਹੀਂ ਆਇਆ ਕਿ ਮੈਂ ਮੁਕਤ ਹੋ ਗਿਆ, ਪਰ ਜੇ ਜਿੰਦਿਆਂ ਚਿਹਰੇ 'ਤੇ ਖੁਸ਼ੀ ਹੋਏ, ਠੀਕ ਹੈ ਜੀ, ਪਤਾ ਹੈ ਕਿ ਮੈਂ ਕੰਮ ਕਰ ਰਿਹਾ, ਮੈਨੂੰ ਪਤਾ ਹੌਲੀ ਹੌਲੀ ਪੌੜੀ ਚੜ੍ਹ ਰਿਹਾ ਹੈ, ਫਿਰ ਮੁਕਤ ਹੋ ਜਾਏਗਾ। ਇਸ ਲਈ ਉਹ ਜਿਹੜੇ ਕੰਮ ਜਿਸ ਤਰ੍ਹਾਂ ਫਰਮਾਇਆ ਉਹਨਾਂ ਵਿੱਚ ਆਇਆ ਸੀ ਵਚਨ, ਤਜੋ ਮਨ ਇਹ ਦੁੱਖ ਸੁੱਖ ਕਾ ਧਾਮ। ਦੁੱਖਾਂ ਸੁੱਖਾਂ 'ਚੋਂ ਜੇ ਨਿਕਲਣਾ ਚਾਹੁੰਦੇ ਹਾਂ, ਤਾਂ ਫਿਰ ਸਾਨੂੰ ਇਹ ਪਾਪ ਪੁੰਨ ਤੋਂ ਉੱਠ ਕੇ ਇੱਕ ਕਰਮ ਕਰਨਾ ਪਏਗਾ। ਉਹ ਕਰਮ ਕੀ ਹੈ? ਸਤਿਗੁਰਾਂ ਦੇ ਬਚਨਾਂ ਦੇ ਉੱਤੇ ਚੱਲਣਾ ਜਾਏਗਾ। ਹਾਂਜੀ। ਮਾਇਆ ਨਾਰ ਪੜੀ
पीछे क्यों नहीं छोड़त काम। बिन गुर दया छूटो नहीं यासे। भजो गुरु का ਨਾਮ। ਹੁਣ ਇੱਕ ਤੇ ਮਾਇਆ ਅਸੀਂ ਪੈਸੇ ਨੂੰ ਕਹਿੰਦੇ ਆ ਕਿ ਇਹ ਪੈਸਾ ਜਿਹੜੀ ਹੈ ਮਾਇਆ ਹੈ, ਠੀਕ ਹੈ, ਹਰ ਇੱਕ ਨੂੰ ਉਹਦੀ ਲੋੜ, ਹਰ ਇੱਕ ਨੂੰ ਚਾਹ ਉਹਦੀ। ਲੇਕਿਨ ਸਤਿਗੁਰਾਂ ਨੇ ਫਰਮਾਉਣਾ ਕਿ ਜਿੱਥੋਂ ਤੱਕ ਸਾਡੀ ਨਜ਼ਰ ਜਾਂਦੀ ਹੈ, ਜੋ ਵੀ ਅਸੀਂ ਦੇਖਦੇ ਪਏ ਹਾਂ, ਇਹ ਸਭ ਕਾਲ ਦੀ ਮਾਇਆ ਹੀ ਹੈ। ਬੜੇ ਬੜੇ ਇੱਥੇ ਦਾਨੀ ਪੁਰਸ਼, ਬਹੁਤ ਬਹੁਤ ਦਾਨ ਪੁੰਨ ਕਰਨ ਵਾਲੇ, ਬਹੁਤ ਬਹੁਤ ਆਪਣਾ ਤਿਆਗ ਕਰਨ ਵਾਲੇ ਹੈਗੇ ਨੇ, ਪਰ ਇੰਨਾ ਕੁਛ ਤਿਆਗ ਕਰਕੇ, ਇੰਨਾ ਕੁਛ ਛੱਡ ਕੇ ਵੀ ਫਿਰ ਮਾਇਆ ਨੇ ਉਹਨਾਂ ਨੂੰ ਜ਼ੋਰ ਪਾ ਲਿਆ। ਅਸੀਂ ਪੜ੍ਹਦੇ ਹਾਂ ਰੋਜ਼ ਕਿ ਰਿਸ਼ੀ ਮੁਨੀ 80,000 ਵਰਸ਼ ਤਪੱਸਿਆ ਕੀਤੀ, ਘਰ-ਬਾਰ ਛੱਡ ਦਿੱਤਾ, ਇੰਨੀ ਤਪੱਸਿਆ ਕੀਤੀ, ਪਰ ਫਿਰ ਮਨ ਦੇ ਵੱਸ ਉਹੋ ਜਿਹੇ ਕਰਮ ਕਰ ਬੈਠੇ ਕਿ ਸਾਰੀ ਤਪੱਸਿਆ ਜਿਹੜੀ ਗਵਾ ਬੈਠੇ ਆ। ਹੁਣ ਇਸ ਕਰਕੇ ਫਰਮਾਉਂਦੇ ਨੇ, ਮਾਇਆ ਨਾਰ ਪੜੀ ਤੇਰੇ ਪਿੱਛੇ ਕਿਉਂ ਨਹੀਂ ਛੋੜਤ ਕਾਮ। ਕਹਿੰਦੇ ਕਿ ਉਹ ਤੇ ਮਾਇਆ ਜਿਹੜੀ ਹੈ ਹਰ ਇੱਕ ਨੂੰ ਚੰਬੜੀ ਪਈ ਹੈ। ਅਸੀਂ ਸੋਚਦੇ ਹਾਂ ਕਿ ਬਈ ਅਸੀਂ ਬੜਾ ਆਪਣਾ ਕੰਮ ਕਰ ਰਹੇ ਹਾਂ, ਅਸੀਂ ਨਿਕਲ ਗਏ ਇਹਦੇ ਚੁੰਗਲ ਦੇ ਵਿੱਚੋਂ, ਪਰ ਉਹਦੇ ਵਿੱਚੋਂ ਚੁੰਗਲ ਚੋਂ ਕੋਈ ਵੀ ਨਹੀਂ ਨਿਕਲਿਆ। ਉਹ ਨਿਕਲਿਆ ਕੌਣ? ਜਿਹੜਾ ਗੁਰੂ ਦੇ ਉਸ ਸ਼ਰਨ ਦੇ ਵਿੱਚ ਆ ਗਿਆ। ਜਿਹੜਾ ਗੁਰੂ ਦੀ ਸ਼ਰਨ 'ਚ ਆ ਗਿਆ, ਉਹਨੂੰ ਨਹੀਂ ਫਿਰ ਮਾਇਆ ਕੁਛ ਕਹਿ ਸਕਦੇ, ਕਿਉਂਕਿ ਗੁਰੂ ਨੇ ਵਚਨ ਮਨਾਉਣਾ ਹੈ ਆਪਣਾ, ਗੁਰੂ ਨੇ ਹੁਕਮ ਮਨਾਉਣਾ ਹੈ। ਉੱਥੇ ਇਹਨੂੰ ਫਿਰ ਸਾਰਾ ਕੁਛ ਹੀ ਜਾਂ ਚਾਹੁੰਦਿਆਂ ਹੋਇਆਂ ਵੀ, ਜਿਸ ਤਰ੍ਹਾਂ ਖੱਲ ਉਤਾਰ ਦਿੰਦੇ ਨੇ ਇਹਦੀ ਫੜ ਕੇ ਇੱਕ ਵਾਰ, ਚਾਹੁੰਦਿਆਂ ਹੋਇਆਂ ਵੀ ਕੁਛ ਨਹੀਂ ਕਰ ਪਾਉਂਦਾ। ਪਰ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਚਲਾ ਗਿਆ, ਜਿਹਨੇ ਆਪਣੇ ਆਪ ਨੂੰ ਸੌਂਪ ਦਿੱਤਾ, ਤੈਨੂੰ ਫਰਮਾਇਆ ਬਿਨ ਗੁਰੂ ਦਇਆ ਛੂਟੇ ਨਹੀਂ ਜਾਸੇ, ਭਜੋ ਗੁਰੂ ਕਾ ਨਾਮ। ਇਹ ਮਾਇਆ ਉੱਦਾਂ ਨਹੀਂ ਛੁੱਟਦੀ। ਕਿਹਾ ਕਿ ਰਾਮ ਕ੍ਰਿਸ਼ਨ ਤੇ ਕੌਣ ਬੜ, ਤਿੰਨੋਂ ਵੀ ਗੁਰੂ ਕੀਨ, ਤੀਨ ਲੋਕ ਕੇ ਨਾਇਕਾ, ਗੁਰੂ ਆ ਗਿਆ ਅਧੀਨ। ਇਹ ਜਿਹੜੇ ਵੱਡੇ ਅਵਤਾਰ ਸੀ, ਪਰ ਫਿਰ ਵੀ ਆ ਕੇ ਉਹਨਾਂ ਨੂੰ ਗੁਰੂ ਦੀ ਜ਼ਰੂਰਤ ਪਈ। ਗੁਰੂ ਤੋਂ ਬਗੈਰ ਇੱਥੇ ਕੋਈ ਵੀ ਯਤਨ ਜਿਹੜਾ ਸਾਡਾ ਨਹੀਂ ਕੰਮ ਆਉਂਦਾ। ਕਿਉਂ ਗੁਰੂ ਨੂੰ ਇੰਨੀ ਸ਼ੋਭਾ ਜਿਹੜੀ ਮਿਲੀ? ਕਿਉਂਕਿ ਗੁਰੂ ਗੋਬਿੰਦ ਦੋ ਖੜੇ, ਕਿਸਕੇ ਲਾਗੂ ਪਾਏ, ਬਲਿਹਾਰੀ ਗੁਰੂ ਆਪਣੇ, ਜਿਨ ਗੋਬਿੰਦ ਦਿਓ ਦਿਖਾਏ। ਹਰ ਜਗ੍ਹਾ ਹੀ ਪੰਜਮ ਪਾਤਸ਼ਾਹ ਨੇ ਫਰਮਾਇਆ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਜਿਆ ਮੈਂ ਨਾਹੀ ਹੋਰ। ਗੁਰੂ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨਾ ਮੇਟੇ ਦਾਤ। ਹੁਣ ਜਿਹੜਾ ਉਹਨੇ ਫਰਮਾਇਆ ਕਿ ਗੁਰੂ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨਾ ਮੇਟੇ ਦਾਤ। ਹੁਣ ਉਹ ਜਿਹੜੀ ਕਿਹੜੀ ਐਸੀ ਦਇਆ ਹੈ, ਕਿਹੜੀ ਐਸੀ ਬਖਸ਼ਿਸ਼ ਹੈ ਜਿਹੜੀ ਮਿਟ ਨਹੀਂ ਸਕਦੀ? ਵੀ ਬਾਕੀ ਤਾਂ ਇੱਥੇ ਸਭ ਕੁਝ ਮਿਟ ਜਾਂਦਾ ਹੈ। ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਦਾਤਾਂ, ਠੀਕ ਹੈ, ਇਹ ਵੀ ਸਤਿਗੁਰਾਂ ਦੀ ਬਖਸ਼ਿਸ਼ ਹੈ, ਪਰ ਅਸਲੀ ਜਿਹੜੀ ਬਖਸ਼ਿਸ਼ ਹੈ ਉਹ ਸਤਿਗੁਰਾਂ ਨੇ ਕਈ ਵਾਰ ਫਰਮਾਉਣਾ ਕਿ ਸਤਿਗੁਰ ਇੱਥੇ ਨਾਮ ਦੀ ਬਖਸ਼ਿਸ਼ ਕਰਨ ਵਾਸਤੇ ਹੀ ਆਉਂਦੇ ਨੇ, ਨਾਮ ਦਾ ਹੀ ਹੋਕਾ ਦਿੰਦੇ ਨੇ, ਨਾਮ ਹੀ ਸਾਨੂੰ ਬਖਸ਼ਿਸ਼ ਕਰਦੇ ਨੇ, ਔਰ ਉਹਨੂੰ ਕੋਈ ਵੀ ਨਾ ਕਾਲ ਨਾ ਜਮਾ, ਕੋਈ ਵੀ ਇਹਨੂੰ ਕੋਈ ਖੋ ਨਹੀਂ ਸਕਦਾ। ਫਿਰ ਇਸ ਲਈ ਉਹ ਜਿਹੜੀ ਜਿਹਨਾਂ ਨੇ ਕਿਹਾ ਕਿ ਗੁਰੂ ਪਰਮੇਸ਼ਵਰ ਇੱਕੋ ਜਾਣ, ਜੋ ਤਿਸ ਭਾਵੇ ਸੋ ਪ੍ਰਵਾਨ, ਇੰਨਾ ਵਿਸ਼ਵਾਸ ਭਰੋਸਾ ਬਣ ਜਾਵੇ ਤੇ ਫਿਰ ਹੀ ਇਹਦਾ ਟਾਈਮ, ਇਹਦਾ ਜਿਹੜਾ ਕਿਸੇ ਲੇਖੇ ਲੱਗੇਗਾ। ਕਿਉਂਕਿ ਜੇ ਇਹਨੂੰ ਵਿਸ਼ਵਾਸ ਹੀ ਨਹੀਂ ਹੋਏਗਾ, ਭਰੋਸਾ ਹੀ ਨਹੀਂ ਹੋਏਗਾ, ਇਹ ਫਿਰ ਕਿਉਂ ਗੁਰੂ ਦਾ ਕਹਿਣਾ ਮੰਨੇਗਾ, ਕਿਉਂ ਗੁਰੂ ਦੇ ਕਹੇ ਤੇ ਚੱਲੇਗਾ? ਪਰ ਜਿਹਨੂੰ ਵਿਸ਼ਵਾਸ ਹੋ ਗਿਆ, ਭਰੋਸਾ ਹੋ ਗਿਆ, ਜਿੰਨਾ ਵੀ ਹੋ ਗਿਆ, ਜਿੰਨਾ ਵੀ ਉਸ ਚੀਜ਼ ਤੇ ਚੱਲ ਗਿਆ, ਓਨਾ ਹੀ ਇਹਨੂੰ ਸੋਕੇ। ਫਿਰ ਤੇ ਉਹਨੇ ਫਰਮਾਇਆ ਹੈ ਕਿ ਬਿਨ ਗੁਰੂ ਦਇਆ ਛੂਟੇ ਨਹੀਂ ਜਾਸੇ, ਭਜੋ ਗੁਰੂ ਕਾ ਨਾਮ, ਗੁਰੂ ਕਾ ਧਿਆਨ ਧਰੋ ਹਿਰਦੇ ਮੇ, ਮਨ ਕੋ ਰਾਖੋ ਥਾਮ। ਗੁਰੂ ਦਾ ਧਿਆਨ ਜਿਹੜਾ ਆ ਹਮੇਸ਼ਾ ਜਿਹੜਾ ਬਣਿਆ ਰਹੇ, ਕਿਉਂਕਿ ਸਾਫ਼ ਹੀ ਫਰਮਾਤਾ ਨੇ ਕਿ ਗੁਰੂ ਕਾ ਧਿਆਨ ਕਰ ਪਿਆਰੇ, ਬਿਨਾ ਇਸਕੇ ਨਹੀਂ ਛੁੱਟਣਾ। ਨਾਮ ਕੇ ਰੰਗ ਮੇ ਰੰਗ ਜਾ, ਮਿਲੇ ਧਾਮ ਤੋਹੇ ਆਪਣਾ। ਜਿਹੜੇ ਧਾਮ ਤੋਂ ਅਸੀਂ ਵਿਛੜੇ ਹਾਂ, ਉਹ ਕਹਿੰਦੇ ਕਿ ਉਹ ਕਿਸ ਤਰ੍ਹਾਂ ਮਿਲੇਗਾ? ਗੁਰੂ ਦਾ ਧਿਆਨ ਕਰਨਾ। ਤੇ ਬਈ ਜਦੋਂ ਸਤਿਗੁਰਾਂ ਦੇ ਬਚਨਾਂ ਦੀ ਸਮਝ ਲੱਗ ਗਈ, ਚੱਲਣਾ ਸ਼ੁਰੂ ਹੋ ਗਏ, ਫਿਰ ਹੌਲੀ ਹੌਲੀ ਕਰਦਿਆਂ ਇਹਨੂੰ ਪਤਾ ਚੱਲ ਜਾਏਗਾ ਕਿ ਕੀ ਇੱਥੇ ਸੱਚਾਈ ਹੈ। ਫਿਰ ਜਿਹੜੀ ਸੱਚਾਈ ਹੈ ਉਹਨੂੰ ਕਦੀ ਭੁੱਲੇਗਾ ਨਹੀਂ, ਤੇ ਇਹਨੂੰ ਫਿਰ ਕਦੀ ਦੁੱਖ ਹੀ ਨਹੀਂ ਹੋਏਗਾ ਕਿਸੇ ਚੀਜ਼ ਦਾ। ਹਾਂਜੀ।
ਗੁਰ ਕਾ ਧਿਆਨ ਧਰੋ ਹਿਰਦੇ में, मन को राखो थाम, वेदयाल तेरी दया विचारे, दम दम करें सहाम। ਹੁਣ ਸਾਰੀ ਦੁਨੀਆ ਕਿਸੇ ਨਾ ਕਿਸੇ ਮਤਲਬ ਕਰਕੇ ਸਾਡੇ ਨਾਲ ਚੱਲਦੀ ਹੈ। ਕੋਈ ਵੀ ਰਿਸ਼ਤਾ ਹੈ, ਕੋਈ ਵੀ ਰਿਸ਼ਤਾ ਅਸੀਂ ਦੇਖ ਲਈਏ, ਕੁਛ ਨਾ ਕੁਛ, ਚਾਹੇ ਥੋੜਾ ਕੋਈ ਜ਼ਿਆਦਾ, ਕੋਈ ਨਾ ਕੋਈ, ਹਰ ਇੱਕ ਦੇ ਵਿੱਚ ਕੋਈ ਨਾ ਕੋਈ ਮਤਲਬ ਜ਼ਰੂਰ ਹੈਗਾ। ਜਦੋਂ ਅਸੀਂ ਵਿਚਾਰ ਕਰਾਂਗੇ, ਧਿਆਨ ਦੇਵਾਂਗੇ, ਸਾਨੂੰ ਉਹ ਸਾਫ਼-ਸਾਫ਼ ਹੀ ਪਤਾ ਲੱਗਣਾ ਸ਼ੁਰੂ ਹੋਏਗਾ। ਕਿਉਂਕਿ ਸਤਿਗੁਰਾਂ ਨੇ ਬੜੀ ਵਾਰ ਖੋਲ ਕੇ ਇੱਕ ਇੱਕ ਰਿਸ਼ਤੇ ਨਾਤੇ ਨੂੰ ਉਹਨਾਂ ਨੇ ਦੱਸਿਆ ਕਿ ਕੋਈ ਵੀ ਰਿਸ਼ਤਾ ਨਾਤਾ ਇੱਥੇ ਐਸਾ ਨਹੀਂ ਆ ਜਿਹਦੇ ਵਿੱਚ ਮਤਲਬ ਨਹੀਂ ਹੈਗਾ। ਹਰ ਇੱਕ ਕੜੀ ਜਿਹੜੀ ਹੈ, ਕੁੰਡੀ ਜਿਹੜੀ ਹੈ, ਮਤਲਬ ਦੇ ਨਾਲ ਜੁੜੀ ਹੈ। ਜੇ ਉਹ ਮਤਲਬ ਨਾ ਹੋਵੇ, ਇੱਥੇ ਕੋਈ ਕਿਸੇ ਦਾ ਹੈ ਹੀ ਨਹੀਂ। ਕਿਉਂਕਿ ਸਵਾਮੀ ਜੀ ਨੇ ਫਰਮਾਇਆ, ਮਿੱਤਰ ਤੇਰਾ ਕੋਈ ਨਹੀਂ ਸੰਗੀਅਨ ਮੇ, ਤੂੰ ਕਿਉਂ ਖੋਵੇ ਇਨ ਠਗੀਅਨ ਮੇ। ਹੁਣ ਉਹਨਾਂ ਦੇ ਵਚਨ, ਫੇਰ ਉਹੀ ਗੱਲ ਕਿ ਜੇ ਸਤਿਗੁਰਾਂ ਦੇ ਨਾਲ ਭਰੋਸਾ, ਪਿਆਰ ਹੋਏਗਾ, ਵਿਸ਼ਵਾਸ ਹੋਏਗਾ, ਤੇ ਫਿਰ ਤੇ ਅਸੀਂ ਉਹਨਾਂ ਦੇ ਵਚਨ ਮੰਨਾਂਗੇ, ਸੋਚਾਂਗੇ ਕਿ ਵਾਕਈ ਉਹਨਾਂ ਨੇ ਫਰਮਾਇਆ ਕਿ ਮਿੱਤਰ ਤੇਰਾ ਕੋਈ ਨਹੀਂ ਸੰਗੀਅਨ ਮੇ। ਸੰਗੀਅਨ ਮਤਲਬ ਸਭ, ਜਿੱਥੋਂ ਤੱਕ ਵੀ ਸਾਡਾ ਸੰਗ ਹੈ, ਉਹ ਕਹਿੰਦੇ ਮਿੱਤਰ ਤੇਰਾ ਕੋਈ ਹੈ ਹੀ ਨਹੀਂ। ਪਰ ਸਾਡੇ ਬੜੇ ਬੜੇ ਗੂੜੇ ਰਿਸ਼ਤੇ ਨੇ। ਸਾਨੂੰ ਇਹ ਗੱਲ ਵੀ ਦੁੱਖ ਦਿੰਦੀ ਹੈ, ਸਤਿਗੁਰਾਂ ਦੇ ਵਚਨ ਵੀ ਕਿਤੇ ਨਾ ਕਿਤੇ ਚੋਟ ਪਹੁੰਚਾਉਂਦੇ ਨੇ, ਕਿਉਂਕਿ ਸਾਨੂੰ ਤੋੜਦੇ ਨੇ ਉਹਨਾਂ ਚੀਜ਼ਾਂ ਤੋਂ। ਜਿਹੜੀ ਚੀਜ਼ ਵੀ ਕਿਸੇ ਨੂੰ ਤੋੜੇਗੀ, ਉਹ ਦੁੱਖ ਤਾਂ ਦੇਏਗੀ। ਹੁਣ ਜਦੋਂ ਸਤਿਗੁਰਾਂ ਨੇ ਵਚਨ ਫਰਮਾਏ, ਤੇ ਬਈ ਉਹਨਾਂ ਨੇ ਕੀ ਲੈਣਾ ਸਾਡੇ ਕੋਲੋਂ? ਉਹਨਾਂ ਨੇ ਫਰਮਾਇਆ ਕਿ ਵੈ ਦਿਆਲ ਤੇਰੀ ਦਇਆ ਵਿਚਾਰੇ, ਦਮ ਦਮ ਕਰੇ ਸਾਮ। ਕਹਿੰਦੇ ਕਿ ਉਹ ਤੇ ਦਿਆਲ ਪੁਰਸ਼ ਨੇ, ਉਹਨਾਂ ਨੇ ਸਾਡੇ ਕੋਲੋਂ ਕੀ ਲੈਣਾ ਹੈ? ਸਭ ਕੁਛ ਤੇ ਸਭ ਉਹਨਾਂ ਨੇ ਬਖਸ਼ਿਆ। ਕਿਉਂਕਿ ਬਾਣੀ ਚ ਹੋਇਆ ਕਿ ਮੇਰਾ ਮੁਝਮੇ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਜਨਮ ਕਿੰਨੇ ਦਿੱਤਾ, ਸਵਾਸ ਕੌਣ ਦੇ ਰਿਹਾ ਹੈ, ਸੂਰਜ ਚੰਦਰਮਾ ਕਿੰਨੇ ਦਿੱਤੇ ਨੇ, ਹਵਾ ਕੌਣ ਚਲਾ ਰਿਹਾ ਹੈ, ਪਾਣੀ ਕਿੰਨੇ ਪੈਦਾ ਕੀਤਾ ਹੈ, ਸਭ ਕੁਛ ਜੋ ਵੀ ਹੈ ਉਸ ਪਰਮਾਤਮਾ ਦਾ ਹੈ। ਜੋ ਸਭ ਕੁਛ ਉਹਦਾ ਬਖਸ਼ਿਆ, ਜਦੋਂ ਅਸੀਂ ਉਹਨਾਂ ਨੂੰ ਬਾਰ-ਬਾਰ ਬੇਨਤੀਆਂ ਕਰਦੇ ਰਹਿੰਦੇ ਹਾਂ, ਤੇ ਉਹਨਾਂ ਨੇ ਸਾਡੇ ਕੋਲੋਂ ਕੀ ਲੈਣਾ ਹੈ? ਪਰ ਜੋ ਫਰਮਾਉਂਦੇ ਨੇ, ਕੰਮ ਕਹਿੰਦੇ ਨੇ, ਉਹਦੇ ਵਿੱਚ ਸਾਡਾ ਹੀ ਭਲਾ ਹੈ, ਉਹਨਾਂ ਦਾ ਨਹੀਂ ਕੋਈ ਭਲਾ। ਜਦੋਂ ਸਾਨੂੰ ਕੋਈ ਡਿਊਟੀ ਲਗਾਉਂਦੇ ਆ, ਅਸੀਂ ਸੋਚਦੇ ਹਾਂ ਕਿ ਸ਼ਾਇਦ ਕੋਈ ਇਹਨਾਂ ਦਾ ਆਪਣਾ ਮਤਲਬ ਹੈ ਇਹਦੇ ਵਿੱਚ। ਜਦੋਂ ਤੋਂ ਇਤਿਹਾਸ ਅਸੀਂ ਦੇਖਦੇ ਹਾਂ, ਜੇ ਅਸੀਂ ਦੇਖੀਏ ਕਿ ਕਿਉਂ ਨਹੀਂ ਵਚਨ ਮੰਨਿਆ ਗਿਆ। ਕਈ ਵਾਰ ਮੈਂ ਦੱਸਿਆ ਹੈ, ਚਾਹੇ ਤ੍ਰੇਤਾ ਦੀ, ਸਤਯੁਗ ਦੀ, ਦੁਆਪਰ ਦੀ, ਕੋਈ ਮਿਸਾਲ ਲੈ ਲਈਏ, ਚਾਹੇ ਕਲਯੁਗ ਦੀ ਲੈ ਲਈਏ, ਕਿੰਨੇ ਇੱਥੇ ਸੰਤ ਮਹਾਂਪੁਰਸ਼ ਆਏ, ਪਰ ਜੇ ਦੇਖੀਏ ਉਹ ਉਹਨਾਂ ਦੇ ਟਾਈਮ ਦੇ ਉੱਤੇ ਦੇਖੀਏ, ਹੁਣ ਨਹੀਂ। ਕਿਉਂਕਿ ਬਾਅਦ ਦੇ ਵਿੱਚ ਤੇ ਮਨ ਦੀ ਪੂਜਾ ਹੋ ਰਹੀ ਹੈ, ਮਨ ਦੀ ਪੂਜਾ ਹੁੰਦੀ ਹੈ ਸਾਰੀ। ਪਰ ਜਦੋਂ ਸੰਤ ਸਤਿਗੁਰੂ ਆਉਂਦੇ ਨੇ, ਉਹ ਆਪਣਾ ਸੰਦੇਸ਼ ਦਿੰਦੇ ਨੇ, ਉਸ ਟਾਈਮ ਦੇ ਉੱਤੇ ਅਸੀਂ ਦੇਖੀਏ ਕਿ ਕਿੰਨਿਆਂ ਨੇ ਮੰਨਿਆ। ਉਸ ਟਾਈਮ ਦੇ ਉੱਤੇ ਕੋਈ ਵੀ ਨਹੀਂ ਮੰਨ ਪਾਉਂਦਾ। ਕਿਉਂ ਨਹੀਂ ਮੰਨ ਪਾਉਂਦਾ? ਕਿਉਂਕਿ ਸਭ ਨੂੰ ਇਹੋ ਹੀ ਲੱਗਦਾ ਹੈ। ਜੇ ਕੋਈ ਸੇਵਾ ਲਗਾਉਂਦੇ ਨੇ, ਜੇ ਕੋਈ ਸਾਨੂੰ ਕੋਈ ਸਾਧਨ ਦੱਸਦੇ ਨੇ, ਤਾਂ ਸਾਨੂੰ ਲੱਗਦਾ ਹੈ ਕਿ ਨਹੀਂ, ਸਾਨੂੰ ਤਾਂ ਬਈ ਘੁਮਾਇਆ। ਕਿਉਂਕਿ ਇਹ ਜਿਹੜਾ ਦਿਮਾਗ ਹੈ, ਜਿਹੜੀ ਬੁੱਧ ਹੈ, ਜਿੰਨੇ ਜਿੰਨੇ ਅਸੀਂ ਸਿਆਣੇ ਹਾਂ, ਉਨੇ ਉਨੇ ਹੀ ਅਸੀਂ ਉਸ ਤੋਂ ਦੂਰ ਹਾਂ। ਇਸੇ ਕਰਕੇ ਸਵਾਮੀ ਨੇ ਫਰਮਾਇਆ, ਹੇ ਵਿਦਿਆ ਤੂੰ ਬੜੀ ਅਵਿਦਿਆ, ਤੂੰ ਸੰਤਨ ਕੀ ਕਦਰ ਨਾ ਜਾਣੀ। ਰਾਜੇ ਮਹਾਰਾਜਾ ਨੇ ਉਹਨਾਂ ਸੰਤਾਂ ਮਹਾਤਮਾ ਨੂੰ ਕਿਸੇ ਨੇ ਜੇਲ੍ਹਾਂ 'ਚ ਡੱਕ ਦਿੱਤਾ, ਕਿਸੇ ਨੇ ਤੱਤੀਆਂ ਲੋਹਾਂ 'ਤੇ ਬਿਠਾ ਦਿੱਤਾ, ਕਿਸੇ ਨੇ ਬਨਵਾਸ ਦੇ ਕੇ ਜੰਗਲ 'ਚ ਭੇਜ ਦਿੱਤਾ, ਕੋਈ ਸਾਰੀ ਉਮਰ ਉਹਨਾਂ ਨਾਲ ਦੁਸ਼ਮਣੀਆਂ ਕਰਦੇ ਰਹੇ, ਦੁੱਖ ਦੇਣ ਦੀ ਕੋਸ਼ਿਸ਼ ਕਰਦੇ ਰਹੇ। ਕੀ ਲੈਣਾ ਕੀ ਸੀ ਉਹਨਾਂ ਨੇ? ਕਿਉਂਕਿ ਅਸੀਂ ਆਪਣੇ ਆਪਣੇ ਮਨ ਦੇ ਨਾਲ ਜੁੜੇ ਹਾਂ। ਜੋ ਸਾਡਾ ਮਨ ਚਾਹੁੰਦਾ ਹੈ, ਜੇ ਤੇ ਸਾਨੂੰ ਉਹ ਕੰਮ ਹੋ ਜਾਵੇ, ਜੇ ਤੇ ਸਾਨੂੰ ਉਹ ਚੀਜ਼ਾਂ ਮਿਲਣ, ਤੇ ਫਿਰ ਤੇ ਅਸੀਂ ਖੁਸ਼ ਹਾਂ। ਜਿਸ ਤਰ੍ਹਾਂ ਪਹਿਲਾਂ ਦੁਨੀਆਦਾਰੀ ਰਿਸ਼ਤੇ ਨਾਤੇ ਸਾਨੂੰ ਕਿਉਂ ਚੰਗੇ ਲੱਗਦੇ ਨੇ? ਕਿਉਂਕਿ ਮਤਲਬ ਦੇ ਨੇ। ਕੋਈ ਸਾਡੇ ਮੂੰਹ ਤੇ ਖਲੋ ਕੇ ਸਾਡੀ ਕੋਈ ਨਿੰਦਿਆ ਕਹੇ ਕਿ ਤੂੰ ਆ ਗਲਤ ਕੀਤਾ, ਸਾਨੂੰ ਗੁੱਸਾ ਲੱਗਦਾ ਹੈ। ਜੇ ਕੋਈ ਸਾਨੂੰ ਭਾਵੇਂ ਗਲਤ ਵੀ ਕੀਤਾ, ਸਾਨੂੰ ਕਹੇ ਤੂੰ ਬਹੁਤ ਅੱਛਾ ਕੀਤਾ ਹੈ, ਬਹੁਤ ਵਧੀਆ ਕੀਤਾ ਤੂੰ, ਅਸੀਂ ਬੜੇ ਖੁਸ਼ ਹੁੰਦੇ ਹਾਂ ਕਿ ਇਹ ਮੇਰੇ ਨਾਲ ਹੈ, ਚਾਹੇ ਉਹ ਆਪਣੇ ਮਤਲਬ ਕਰਕੇ ਹੀ ਸਾਡੀ ਚਾਪਲੂਸੀ ਕਰ ਰਿਹਾ ਹੋਵੇ। ਸਾਨੂੰ ਸਮਝ ਨਹੀਂ ਲੱਗਦੀ। ਪਰ ਜੇ ਪ੍ਰਭੂ ਤੇ, ਜੇ ਉਸ ਪਰਮਾਤਮਾ ਤੇ, ਜੇ ਉਸ ਗੁਰੂ ਤੇ ਵਿਸ਼ਵਾਸ ਆ ਗਿਆ, ਫਿਰ ਬਈ
ਉਹ ਐਸੀ ਦਇਆ ਕਿਰਪਾ ਕਰਨਗੇ, ਸਭ ਬੰਨੇ ਉਹਨੂੰ ਤੋੜ ਕੇ ਉਸ ਪੱਕੇ ਦੇ ਨਾਲ ਜੋੜ ਦੇਣਗੇ। ਜਿਨ੍ਹਾਂ ਨੇ ਸਤਿਗੁਰੂ ਸ਼ਰਨ ਗਹੋ ਮੇਰੇ ਪਿਆਰੇ, ਕਰਮ ਜੁਗਾਦ ਚੁਕਾਏ, ਉਹਦੇ ਨਾਲ ਜੋੜ ਦੇਣਗੇ, ਤੁਸੀਂ ਉਹਦੀ ਸ਼ਰਨ 'ਚ ਪਹੁੰਚਾ ਦੇਣਗੇ। ਜਦੋਂ ਤੱਕ ਇਹ ਰਿਸ਼ਤੇ ਨਾਤੇ ਕਮਜ਼ੋਰ ਨਹੀਂ ਪੈਂਦੇ, ਉਦੋਂ ਤੱਕ ਸ਼ਰਨ 'ਚ ਜਾਂਦਾ ਕੌਣ ਹੈ? ਅਸੀਂ ਦੇਖੀਏ ਸਾਰੇ ਬੰਨੇ ਐ ਬਹਾਰਾਂ ਹੋਣ, ਹਰ ਬੰਨੇ ਸਾਡੇ ਕੰਮ ਕਾਰ ਵਧੀਆ ਹੋ ਰਹੇ ਹੋਣ, ਇਹਦੀ ਗੁੱਡੀ ਚੜੀ ਹੋਵੇ, ਤੇ ਫਿਰ ਕੋਈ ਯਾਦ ਕਰਦਾ? ਯਾਦ ਭਾਵੇਂ ਹੋਏਗੀ, ਪਰ ਉਹੋ ਜਿਹੀ ਯਾਦ ਨਹੀਂ ਹੋਏਗੀ ਜਿਹੜੀ ਦੁੱਖ 'ਚ ਜਦੋਂ ਕਿਤੇ ਕੋਈ ਐ ਕੰਡਾ ਵਿੱਚ ਹੋਵੇ ਤੇ ਉਸੇ ਵੇਲੇ ਨਿਕਲਦਾ ਕਿ ਪ੍ਰਭੂ ਦਾ ਨਾਮ ਨਿਕਲਦਾ ਹੈ, ਉਹ ਤਾਂ ਇੱਕ ਅਲੱਗ ਹੀ ਚੀਜ਼ ਹੁੰਦੀ ਹੈ। ਕੋਈ ਪਤਾ ਹੋ ਰਿਹਾ ਹੋਵੇ, ਜਿਸ ਤਰ੍ਹਾਂ ਗੱਡੀ 'ਚ ਜਾ ਰਹੇ ਹੋਈਏ, ਗੱਡੀ ਦੇ ਵਿੱਚ ਗਾਣੇ ਲਗਾਏ ਹੋਣ, ਐ ਝੂਮਦਾ ਜਾਂਦਾ ਹੋਵੇ, ਇੱਕਦਮ ਅੱਗੇ ਟਰੱਕ ਆ ਜਾਏ, ਪਤਾ ਲੱਗੇ ਟੱਕਰ ਹੋਣ ਲੱਗੀ ਹੈ, ਉਸੇ ਵੇਲੇ ਨਿਕਲਦਾ ਹੈ ਵਾਹਿਗੁਰੂ ਵਾਹਿਗੁਰੂ। ਉਹ ਜਿਹੜੀ ਇੱਕ ਚੀਜ਼ ਹੋਰ ਹੀ ਹੁੰਦੀ ਹੈ, ਉਸ ਵੇਲੇ ਹੋਰ ਨਹੀਂ ਕੋਈ ਯਾਦ ਆਉਂਦਾ। ਉਹ ਅੰਦਰਲੀ ਕਸ਼ਿਸ਼ ਜਿਹੜੀ ਉਹਨੂੰ ਪਤਾ ਹੈ, ਮਨ ਨੂੰ ਵੀ ਪਤਾ, ਸੁਰਤ ਨੂੰ ਵੀ ਪਤਾ ਕਿ ਇਹਦੀ ਮਦਦ ਕੌਣ ਕਰ ਸਕਦਾ ਹੈ, ਪਤਾ ਸਭ ਹੈ। ਪਰ ਇਹ ਮਾਇਆ ਜਿਹੜੀ ਹੈ, ਉਹਨੇ ਕਿਹਾ ਕਿ ਮਾਇਆ ਨਾਰ ਪੜੀ ਤੇਰੀ ਪਈ, ਮਾਇਆ ਜਿਹੜੀ ਹੈ ਇੰਨੀ ਸੁੱਧ ਬੁੱਧ ਗਵਾ ਦਿੰਦੀ ਹੈ, ਪਤਾ ਹੀ ਨਹੀਂ ਲੱਗਦਾ। ਗੁਰੂ ਨਾਲ ਹੀ ਰੁੱਸੇ ਹੋਣੇ ਸ਼ੁਰੂ ਹੋ ਜਾਂਦੇ ਨੇ, ਜਿੰਨੇ ਬਚਾਉਣਾ ਹੈ ਉਹਦੇ ਨਾਲ ਹੀ ਹੱਥੋਂ ਪਾਈ ਸ਼ੁਰੂ ਹੋ ਜਾਂਦੀ ਹੈ, ਉਹਦੇ ਨਾਲ ਹੀ ਮਨ ਜਿਹੜਾ ਆ ਖੇਡਣਾ ਸ਼ੁਰੂ ਕਰ ਦਿੰਦਾ ਹੈ। ਸਗੁਣਾ ਫਰਮਾਉਣਾ ਕਿ ਜੇ ਮਲਾਹ ਨਾਲ ਹੀ ਗੁੱਤਮ ਗੁੱਤਾ ਹੋ ਗਏ, ਫਿਰ ਇਹਨੂੰ ਪਾਰ ਕੌਣ ਕਰੇਗਾ? ਇਸ ਕਰਕੇ ਫਰਮਾਉਂਦੇ ਨੇ, ਵੇ ਦਿਆਲ ਤੇਰੀ ਦਇਆ ਵਿਚਾਰੇ, ਦਮ ਦਮ ਕਰੇ ਸਹਾਮ। ਕਹਿੰਦੇ ਉਹ ਤੇ ਦਮ ਦਮ ਨਾਲ ਤੇਰੀ ਸਹਾਇਤਾ ਕਰ ਰਹੇ ਨੇ। ਕੁਝ ਤਾਂ ਸਾਨੂੰ ਪਤਾ ਲੱਗਦਾ ਹੈ, ਜਿਹੜੀ ਅਸੀਂ ਬੇਨਤੀ ਕਰਦੇ ਹਾਂ ਤੇ ਉਹ ਜਦੋਂ ਪੂਰੀ ਹੁੰਦੀ ਅਸੀਂ ਕਹਿੰਦੇ ਹਾਂ ਗੁਰੂ ਨੇ ਸਹਾਇਤਾ ਕਰ ਦਿੱਤੀ। ਪਰ ਜਿਹੜੀਆਂ ਸਾਨੂੰ ਪਤਾ ਹੀ ਨਹੀਂ, ਜਿਹੜੀ ਅਸੀਂ ਬੇਨਤੀ ਨਹੀਂ ਕੀਤੀ, ਜਿੱਥੇ ਉਹ ਨਾਲ ਹੋ ਕੇ ਸਹਾਇਤਾ ਕਰ ਰਿਹਾ ਹੈ, ਉਹਦੇ ਬਾਰੇ ਤਾਂ ਸਾਡੀ ਸਾਨੂੰ ਕੋਈ ਗਿਣਤੀ ਮਿਣਤੀ ਨਹੀਂ ਉਸ ਚੀਜ਼ ਦੀ। ਉਹ ਕੀ ਕਹਿਣਾ ਫਰਮਾਇਆ ਕਿ ਦਮ ਦਮ ਕਰੇ ਸਹਾਮ, ਦਮ ਦਮ ਨਾਲ ਸਹਾਇਤਾ ਕਰ ਰਹੇ ਨੇ। ਜੇ ਦਮ ਦਮ ਨਾਲ ਸਹਾਇਤਾ ਕਰ ਰਹੇ ਨੇ ਤੇ ਫਿਰ ਦਮ ਦਮ ਦੇ ਨਾਲ ਹੀ ਉਹਨਾਂ ਦਾ ਨਾਮ ਵੀ ਜਪਣਾ ਹੈ। ਕਿਉਂ ਉਹਨਾਂ ਨੇ ਬਾਰ-ਬਾਰ ਫਰਮਾਇਆ ਕਿ ਖਾਤੇ ਪੀਤੇ ਚਲਤੇ ਫਿਰਤੇ, ਸੋਵਤ ਜਾਗਤ ਬਿਸਰ ਨਾ ਜਾਤ, ਖਟਕਤ ਰਹੇ ਬਾਲ ਜਿਉ ਹੇਰੇ, ਜਿਉਂ ਦਰਦੀ ਕੇ ਦਰਦ ਸਮਾਤ। ਇਸ ਤਰੀਕੇ ਦੇ ਨਾਲ ਉਹਨਾਂ ਦੀ ਉਹ ਜਿਹੜੀ ਭਗਤੀ ਹੋਵੇ ਹੈ ਕਿ ਸਵਾਸੋਂ ਕੀ ਮਾਲਾ ਪੇ ਸਿਮਰੂ ਮੈਂ ਪੀ ਕਾ ਨਾਮ, ਇਹਦੀ ਮਾਲਾ ਬਣਾ ਕੇ ਸਵਾਸਾਂ ਦੀ, ਜਿੱਦਾਂ ਆ ਰਹੇ ਨੇ ਜਾ ਰਹੇ ਨੇ, ਨਾਲ ਨਾਲ ਉਹਦੀ ਯਾਦ ਬਣੇ। ਫਿਰ ਇਹਨੂੰ ਕੌਣ ਦੁੱਖ ਦੇ ਸਕਦਾ? ਕੌਣ ਇਹਨੂੰ ਕੋਈ ਕਿਸੇ ਤਰ੍ਹਾਂ ਵਰਗਲਾ ਸਕਦਾ ਹੈ? ਕੋਈ ਨਹੀਂ ਕਰ ਸਕਦਾ। ਪਰ ਇਹ ਵਿਸ਼ਵਾਸ ਫਿਰ ਹੋਏਗਾ ਤੇ ਫਿਰ ਹੀ ਗੱਲ ਬਣੇਗੀ, ਕਿਉਂਕਿ ਉਹ ਦਿਆਲ ਤੇਰੀ ਦਇਆ ਵਿਚਾਰੇ। ਕਹਿੰਦੇ ਹੋਰ ਨਹੀਂ ਕੋਈ, ਕਿਸੇ ਨੂੰ ਦਇਆ ਨਹੀਂ ਆਉਂਦੀ। ਪਹਿਲਾਂ ਜਿਸ ਤਰ੍ਹਾਂ ਦੱਸਿਆ ਕਿ ਰਿਸ਼ਤੇ ਇੱਥੇ ਸਭ ਜਿੰਨੇ ਵੀ ਹੈ, ਸਭ ਆਪਣੇ ਆਪਣੇ ਗਰਜਾਂ ਦੇ ਨੇ, ਲੇਕਿਨ ਉਹ ਦਿਆਲ ਜਿਹਨੂੰ ਕਿਹਾ ਗਿਆ ਕਿ ਸਾਹਿਬ ਮੇਰਾ ਮਿਹਰਬਾਨ ਮਿਹਰਬਾਨ ਮਿਹਰਬਾਨ, ਉਹਨੂੰ ਕਿਹਾ ਗਿਆ ਕਿ ਤੁਮ ਹੋ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਕਿਉਂਕਿ ਉਹਦੇ ਭੰਡਾਰ 'ਚ ਕਦੀ ਕਮੀ ਨਹੀਂ ਆਉਂਦੀ। ਉਹਦੇ ਭੰਡਾਰ 'ਚ ਸਾਡੀ ਦਇਆ ਮੁੱਕ ਜਾਂਦੀ ਹੈ। ਅਸੀਂ ਤਰਸ ਕਰਦੇ ਵੀ ਹਾਂ, ਕੋਈ ਕਿਸੇ ਨੂੰ ਮਾਫ਼ ਕਰਦੇ ਵੀ ਹਾਂ, ਕੁਛ ਵਾਰੀ ਇੱਕ ਗਲਤੀ ਮਾਫ਼ ਕਰ ਦਿੰਦੇ ਹਾਂ, 2 ਵਾਰੀ ਕਰ ਦਿੰਦੇ ਹਾਂ, ਕਿਸੇ 'ਤੇ ਦਇਆ ਕਰਦੇ ਹਾਂ, ਥੋੜ੍ਹੀ ਦਇਆ ਕਰਦੇ ਹਾਂ, ਮਨ ਫਿਰ ਕਹਿੰਦਾ ਲੈ ਬੜੀ ਵਾਰ ਤੈਨੂੰ ਮੈਂ ਕੀਤਾ, ਹੁਣ ਨਹੀਂ ਛੱਡਦਾ। ਪਰ ਇੱਕ ਗੁਰੂ ਹੀ ਐਸਾ ਹੈ, ਉਹ ਕਿਹਾ ਕਿ ਇੱਕ ਔਗਣ ਮੇਰਾ ਬਾਬੂ ਤੱਕੇ ਦੇਵੇ ਦੇਸ ਨਿਕਾਲਾ, 7 ਲੱਖ ਔਗਣ ਮੇਰਾ ਸਤਿਗੁਰ ਤੱਕੇ ਫਿਰ ਵੀ ਕਰਦਾ ਟਾਲਾ। ਕਈ ਗਲਤੀਆਂ ਕਰਦੇ ਆ, ਸਾਹਮਣੇ ਕਰਦੇ ਆ, ਲੋਕੇ ਕਰਦੇ ਆ, ਸਭ ਕੁਛ ਜਾਣਦਾ ਹੈ, ਕਿਉਂਕਿ ਸਤਿਗੁਰਾਂ ਨੇ ਫਰਮਾਇਆ ਅੱਗੋਂ ਦੇਖ ਰਿਹਾ, ਪਿੱਛੋਂ ਦੇਖ ਰਿਹਾ, ਉੱਤੋਂ ਦੇਖ ਰਿਹਾ, ਥੱਲਿਓਂ ਦੇਖ ਰਿਹਾ, ਕਿੱਧਰੋਂ ਉਹਦੇ ਕੋਲ ਕੁਛ ਚੀਜ਼ ਲੁਕਾਵਾਂਗੇ ਅਸੀਂ, ਹਰ ਬੰਨਿਓ ਦੇਖ ਰਿਹਾ ਹੈ। ਪਰ ਮਨ ਜਿਹੜਾ ਆ ਉਸ ਚੀਜ਼ ਨੂੰ ਜਦੋਂ ਸਵੀਕਾਰ ਕਰੇਗਾ, ਇਹਨੂੰ ਵਿਸ਼ਵਾਸ ਭਰੋਸਾ ਹੋਏਗਾ, ਤੇ ਫਿਰ ਸਤਿਗੁਰਾਂ ਦੀ ਉਹ ਦਇਆ ਤੇ ਵਰਸੇਗੀ। ਹੁਣ ਜਿਹੜੇ ਫਕੀਰ ਸੀ, ਜਿਹੜੇ ਜਿਨ੍ਹਾਂ ਨੂੰ ਅਸੀਂ ਅੱਜ ਜਿਨ੍ਹਾਂ ਦਾ ਅਸੀਂ ਬਾਣੀ ਪੜ੍ਹਦੇ ਹਾਂ, ਜਿਨ੍ਹਾਂ ਦਾ ਅਸੀਂ ਸੰਦੇਸ਼ ਅੱਜ ਸੁਣਦੇ ਹਾਂ, ਵੀ ਉਹਨਾਂ ਨੇ ਕਿਹੜੀਆਂ ਕੋਈ ਕਿਸੇ ਤਰ੍ਹਾਂ ਦਾ ਬਹੁਤ ਕੋਈ ਵੱਡਾ ਖਿਲਾਰਾ ਸੀ। ਹੋ ਸਕਦਾ ਕਈ ਐਸੇ ਸੰਤ ਮਹਾਤਮਾ ਜਿਨ੍ਹਾਂ ਨੂੰ ਦੁਨੀਆ ਨੂੰ ਕੋਈ ਜਾਣਦੇ ਨਾ ਹੋਵੇ। ਅੱਜ ਅਸੀਂ ਕਹਿੰਦੇ ਹਾਂ ਗੁਰੂ ਨਾਨਕ ਸਾਹਿਬ ਕਿ ਜਗਤ ਗੁਰੂ ਕਹਿੰਦੇ ਉਹਨਾਂ ਨੂੰ, ਪਰ ਜਦੋਂ ਉਹ ਉਸ ਦੇਸ਼ ਰੂਪ ਵਿੱਚ ਉਹਨਾਂ ਨੇ ਉਦਾਸੀਆਂ ਕੀਤੀਆਂ, ਹਰ ਥਾਂ ਉਹਨਾਂ ਨੇ ਜਾ ਕੇ ਉਹ ਸੰਦੇਸ਼ ਦਿੱਤਾ, ਤੇ ਉਦੋਂ ਅਸੀਂ ਦੇਖੀਏ ਕਿ ਉਸ ਟਾਈਮ ਦੇ ਉੱਤੇ ਕਿਸ ਤਰ੍ਹਾਂ ਦਾ ਉਹ ਜਿਹੜਾ ਹੈਗਾ ਸੀ ਸਭ ਕੁਝ। ਇਸ ਲਈ ਉਸ ਚੀਜ਼ ਨੂੰ ਅਸੀਂ ਜਾਣੀਏ, ਕਿਉਂਕਿ ਸਤਿਗੁਰੂ ਤੇ ਹਮੇਸ਼ਾ ਹੀ ਉਹਨੇ ਫਰਮਾਇਆ ਕਿ ਏਕਾ ਅਮਰ ਏਕਾ ਪਾਤਸ਼ਾਹੀ ਪ੍ਰਭ ਜੁਗ ਜੁਗ ਸਰਕਾਰ ਬਣਾਈਏ। ਇਹ ਦੇਸ਼ ਕਦੀ ਵੀ ਉਸ ਤੱਕ ਤੋਂ ਖਾਲੀ ਨਹੀਂ ਰਿਹਾ, ਨਾ ਕਦੀ ਰਹੇਗਾ, ਕਿਉਂਕਿ ਉਹਦੇ ਨਾਲ ਹੀ ਇਹ ਬੈਲੈਂਸ ਹੈ। ਧਰਤੀ ਖਲੋਤੀ ਹੈ ਪਾਣੀ ਦੇ ਉੱਤੇ, ਤੇ ਉਹਨਾਂ ਦੀ ਮਿਹਰਬਾਨੀ ਹੈ।
ਪਰ ਹਾਂ ਸਤਿਗੁਰਾਂ ਨੇ ਕਈ ਵਾਰੀ ਫਰਮਾਉਣਾ ਕਿ ਵੀ ਹੋ ਸਕਦਾ ਹੈ, ਕਿਉਂਕਿ ਉਹ ਜਿਹੜੀ ਤਾਕਤ ਆ ਕਦੀ ਜਾਂਦੀ ਨਹੀਂ। ਸਤਿਗੁਰਾਂ ਨੇ ਫਰਮਾਉਣਾ ਕਿ ਹੋ ਸਕਦਾ ਹੈ ਕਿ ਅੱਜ ਵੀ ਗੁਰੂ ਨਾਨਕ ਸਾਹਿਬ ਕਿਤੇ ਪ੍ਰਗਟ ਹੋਣ। ਹੋਰ ਪਰ ਉਹਨਾਂ ਨੂੰ ਪਹਿਚਾਨਣ ਵਾਲੀ ਅੱਖ ਜਿਹੜੀ ਦੂਸਰੇ ਪਾਸੇ ਲਹਿਣਾ ਪਾਸ ਸੀ, ਉਹ ਕਿਸੇ ਕੋਲ ਨਹੀਂ। ਤੇ ਬਈ ਸਤਿਗੁਰ ਹਮੇਸ਼ਾ ਸਾਡੇ ਅੰਗ ਸੰਗ ਨੇ, ਸਾਹ ਦੇ ਨਾਲ ਸਾਹ ਲੈ ਰਹੇ ਨੇ। ਜੋ ਮਰਜ਼ੀ ਅਸੀਂ ਪੜ੍ਹੀਏ ਕਰੀਏ, ਜੋ ਮਰਜ਼ੀ, ਪਰ ਇਹ ਆ ਉਸ ਪ੍ਰਭੂ ਤੇ ਉਸ ਵਾਹਿਗੁਰੂ 'ਚ, ਉਸ ਪਰਮੇਸ਼ਵਰ ਦੇ ਵਿੱਚ ਸਾਡੀ ਪੂਰੀ ਦੀ ਪੂਰੀ ਤਰ੍ਹਾਂ ਸਾਡਾ ਵਿਸ਼ਵਾਸ ਭਰੋਸਾ ਹੋਵੇ। ਜੇ ਅਸੀਂ ਮੱਥਾ ਟੇਕ ਰਹੇ ਹਾਂ, ਕਿਤੇ ਵੀ ਅਸੀਂ ਸਿਰ ਨਿਵਾ ਰਹੇ ਹਾਂ, ਸਾਡਾ ਵਿਸ਼ਵਾਸ ਹੀ ਨਹੀਂ ਹੈ, ਭਰੋਸਾ ਹੀ ਨਹੀਂ ਹੈ, ਤੇ ਫਿਰ ਬਈ ਫਿਰ ਕਿਤੇ ਵੀ ਅਸੀਂ ਸਿਰ ਝੁਕਾਈਏ ਕੋਈ ਫਾਇਦਾ ਨਹੀਂ। ਧੰਨੇ ਨੇ ਪੱਥਰ ਦੇ ਵਿੱਚੋਂ ਕਹਿੰਦੇ ਕਿ ਉਹਨੂੰ ਰੱਬ ਦੀ, ਉਸ ਦੀ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਲੇਕਿਨ ਸਾਨੂੰ, ਅਸੀਂ ਜਿਹਨੂੰ ਗੁਰੂ ਕਹਿੰਦੇ ਹਾਂ, ਅਸੀਂ ਕਹਿੰਦੇ ਅਸੀਂ ਗੁਰੂ ਦੇ ਸਾਹਮਣੇ ਮੱਥਾ ਟੇਕ ਰਹੇ ਹਾਂ, ਅਸੀਂ ਗੁਰੂ ਕੋਲੋਂ ਸਭ ਕੁਝ, ਸਾਨੂੰ ਉੱਥੋਂ ਵੀ ਕੁਛ ਨਹੀਂ ਮਿਲਦਾ। ਕਾਹਦੇ ਵਾਸਤੇ? ਕਮੀ ਉਸ ਵਿਸ਼ਵਾਸ ਦੀ, ਭਰੋਸੇ ਦੀ। ਨਹੀਂ ਤੇ ਇਹਦਾ ਇੱਕ ਇੱਕ ਕਦਮ, ਜਿਸ ਤਰ੍ਹਾਂ ਹੁਣ ਟੀਚਰ ਦੇ ਉੱਤੇ, ਜਿਸ ਤਰ੍ਹਾਂ ਦੱਸਿਆ ਕਿ ਸਕੂਲ ਦੇ ਵਿੱਚ ਬੱਚਾ ਜਾਂਦਾ ਹੈ, ਜਿਹੜਾ ਬੱਚਾ ਤੇ ਆਪਣੇ ਆਪ ਨੂੰ ਬੱਚਾ ਸਮਝ ਕੇ, ਟੀਚਰ ਨੂੰ ਗੁਰੂ ਸਮਝ ਕੇ, ਤੇ ਉਹਦੀ ਗੱਲ ਦੇ ਉੱਤੇ ਚੱਲਦਾ ਹੈ, ਤੇ ਉਹ ਕਦੀ ਫੇਲ ਨਹੀਂ ਹੋ ਸਕਦਾ। ਤੇ ਬੱਚਾ ਆਪ ਸਮਝੇ ਕਿ ਬਈ ਨਹੀਂ, ਮੈਂ ਹੀ ਗੁਰੂ ਹਾਂ, ਮੈਂ ਸਿਆਣਾ ਹੈ, ਉਹ ਟੀਚਰ ਨੂੰ ਸਿਖਾਉਣਾ ਕਵੇ ਕਿ ਨਹੀਂ ਇੱਦਾਂ ਨਹੀਂ ਸਵਾਲ ਕਰਨਾ, ਆਹ ਕਰਨਾ ਹੈ, ਆਹ ਫਾਰਮੂਲਾ ਨਹੀਂ ਲੱਗਣਾ, ਇਹ ਲੱਗਣਾ ਹੈ, ਤੇ ਅਸੀਂ ਦੇਖੀਏ ਕਿ ਉਹ ਬੱਚਾ ਕਦੀ ਪਾਸ ਹੋਏਗਾ? ਉਹ ਨਹੀਂ ਕਦੀ ਹੋਏਗਾ। ਇਸ ਕਰਕੇ ਸਤਿਗੁਰਾਂ ਦੀ ਉਹਨੇ ਕਿਹਾ, ਸਤਿਗੁਰੂ ਸ਼ਰਨ ਗਹੋ ਮੇਰੇ ਪਿਆਰੇ। ਸ਼ਰਨ ਕੀ ਹੈ? ਸਾਰੇ ਬਲ ਛੱਡ ਕੇ, ਆਪਣਾ ਕੋਈ ਕਿਸੇ ਤਰ੍ਹਾਂ ਦੀ ਵੀ, ਰਾਜੇ ਮਹਾਰਾਜੇ ਵੀ ਉਹਨਾਂ ਦੇ ਜਦੋਂ ਉਹਨਾਂ ਦੇ ਪਾਸ ਗਏ ਤੇ ਆਪਣਾ ਸਭ ਕੁਛ, ਜਿਹੜੀ ਬਾਹਰ ਦੀ ਵਡਿਆਈ ਛੱਡ ਕੇ ਗਏ। ਜਿਹੜੇ ਛੱਡ ਕੇ ਗਏ ਉਹਨਾਂ ਨੂੰ ਤਾਂ ਉਹਨਾਂ ਨੇ ਨਾਲ ਮਿਲਾ ਲਿਆ। ਜਿਹੜੇ ਵਡਿਆਈਆਂ ਨਾਲ ਲੈ ਕੇ ਗਏ ਕਿ ਅਸੀਂ ਵੱਡੇ ਹਾਂ, ਉਹ ਉੱਦਾਂ ਦੇ ਉੱਦਾਂ ਹੀ ਰਹਿ ਗਏ। ਉਹਨਾਂ ਨੂੰ ਕੋਈ ਪਤਾ ਹੀ ਨਹੀਂ, ਕਿ ਉਹਨਾਂ ਨੂੰ ਕੋਈ ਯਾਦ ਵੀ ਨਹੀਂ ਕਰਦਾ। ਰਾਜੇ ਜਨਕ ਵਰਗੇ ਹੈ ਤਾਂ ਉਹ ਵੀ ਰਾਜੇ ਮਹਾਰਾਜੇ ਸੀ, ਪਰ ਜਦੋਂ ਅਸ਼ਟਾਵਕਰ ਜੀ ਨੇ ਕਿਹਾ ਕਿ ਮੈਨੂੰ ਤਨ ਮਨ ਧਨ ਸੌਂਪ ਦੇ, ਜਦੋਂ ਉਹਨਾਂ ਨੇ ਸੌਂਪ ਦਿੱਤਾ, ਤੇ ਜੋ ਉਹਨਾਂ ਨੇ ਵਡਿਆਈ ਬਖਸ਼ੀ, ਉਹਨੂੰ ਅੱਜ ਤੱਕ ਅਸੀਂ ਦੇਖਦੇ ਹਾਂ। ਤੇ ਮੈਂ ਫਰਮਾਇਆ ਕਿ ਵੇ ਦਿਆਲ ਤੇਰੀ ਦਇਆ ਵਿਚਾਰੇ। ਉਹਨਾਂ ਉਹ ਤੇ ਹਮੇਸ਼ਾ ਹੀ ਦਇਆਵਾਨ ਨੇ, ਉਹ ਹਮੇਸ਼ਾ ਹੀ ਸਾਡੇ ਤੇ ਦਇਆ ਕਰਨ ਵਾਸਤੇ ਹੀ ਆਉਂਦੇ ਨੇ। ਬਸ ਵਿਸ਼ਵਾਸ ਭਰੋਸਾ ਹੋਵੇ ਕਿ ਨਹੀਂ, ਸਾਨੂੰ ਬਾਹਰੋਂ ਸਮਝ ਲੱਗੇ ਨਾ ਲੱਗੇ, ਪਰ ਜੋ ਵੀ ਹੋ ਰਿਹਾ ਹੈ ਸਾਡੇ ਭਲੇ ਵਾਸਤੇ ਹੀ ਹੋ ਰਿਹਾ ਹੈ। ਹਾਂਜੀ ਠੀਕ ਹੈ। ਛੋੜ ਭੋਗ ਕਿਉਂ ਰੋਗ ਬਿਸਾਵੇ, या में नहीं आराम, गुर का कहना मान प्यारे, तो पावे विश्राम, दुख तेरा सब दूर करेंगे, देंगे अचल मुकाम, राधा स्वामी कहत सुनाई, खोज करो निज नाम। ਇਰਾਦਾ। ਹੁਣ ਜਿਹੜੇ ਬਚਨ ਪਹਿਲਾਂ, ਸਭ ਤੋਂ ਪਹਿਲਾਂ ਨੇ ਫਰਮਾਏ, ਤਜੋ ਮਨ ਇਹ ਸੁਖ ਦੁੱਖ ਕਾ ਤਾਮ, ਲਗੋ ਤੁਮ ਚੜ੍ਹ ਕਰ ਅਬ ਸਤਨਾਮ। ਹੁਣ ਉਹੀ ਬਚਨ ਫਿਰ ਸਾਨੂੰ ਦੱਸ ਰਹੇ ਨੇ, ਫਰਮਾਉਂਦੇ ਨੇ, ਰਾਧਾ ਸੁਆਮੀ ਕਹਿਤ ਸੁਨਾਈ, ਖੋਜ ਕਰੋ ਨਿਜ ਨਾਮ। ਅਸੀਂ ਆਪਣੇ ਆਪਣੇ ਨਾਮ ਰੱਖ ਲਏ, ਕਿਸੇ ਨੇ ਕੋਈ ਸ਼ਰਮਾ ਰੱਖ ਲਿਆ, ਕਿਸੇ ਨੇ ਵਰਮਾ ਰੱਖ ਲਿਆ, ਕਿਸੇ ਨੇ ਕੋਈ ਸਿੰਘ ਰੱਖ ਲਿਆ, ਕਿਸੇ ਨੇ ਕੋਈ ਹੋਰ ਕੋਈ ਰੱਖ ਲਿਆ। ਅਸੀਂ ਉਹਨਾਂ ਨਾਮਾਂ ਦੇ ਨਾਲ ਫਸ ਗਏ। ਅਸੀਂ ਕਹਿ ਰਹੇ ਹਾਂ ਕਿ ਅਸੀਂ, ਹਰ ਇੱਕ ਬੰਦਾ ਆਪਣੇ ਆਪ ਨੂੰ, ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਕਰਮਾਂ ਦੇ ਮੁਤਾਬਕ ਜਿੱਥੇ ਜਿੱਥੇ ਜਨਮ ਲਿਆ, ਉਹਦੇ ਨਾਲ ਮੋਹ ਪੈ ਗਿਆ, ਉਹਦੀ ਨਾਤਾ ਉਹਦੇ ਨਾਲ ਬਣ ਗਿਆ, ਉਹਨੂੰ ਹੀ ਕੋਈ ਵੱਡਾ, ਹਰ ਕੋਈ ਵੱਡਾ ਕਹਿਣ ਲੱਗ ਪਿਆ। ਪਰ ਜਿਹੜਾ ਹਮੇਸ਼ਾ ਹੀ ਵੱਡਾ, ਉਹਨੂੰ ਅਸੀਂ ਸਾਰੇ ਹੀ ਭੁੱਲ ਗਏ।
ਇਹਨਾਂ ਝਗੜਿਆਂ ਦੇ ਵਿੱਚ ਪੈ ਕੇ ਆਪਣਾ ਟਾਈਮ ਖਰਾਬ ਕਰ ਲਿਆ। ਉਹ ਜਿਹੜੀ ਮਾਇਆ ਸੀ ਉਹਨੇ ਸਾਨੂੰ ਬਾਹਰ ਨਿਕਲਣ ਨਹੀਂ ਦਿੱਤਾ ਇਹਦੇ ਵਿੱਚ। ਹੁਣ ਫਰਮਾਇਆ ਕਿ ਖੋਜ ਕਰੋ ਨਿਜ ਨਾਮ। ਕਹਿੰਦੇ ਉਹ ਨਿਜ ਆਪਣਾ ਨਾਮ ਜਿਹੜਾ ਹੈ ਉਹਦੀ ਖੋਜ ਕਰੋ ਕਿ ਤੁਸੀਂ ਹੈ ਕੌਣ। ਗੁਰੂ ਨਾਨਕ ਸਾਹਿਬ ਜੀ ਨੇ ਕਹਿ ਫਰਮਾਇਆ ਕਿ ਉਸ ਟਾਈਮ ਤੇ ਹੋ ਸਕੇ ਸਾਰਿਆਂ ਦਾ ਨਾਮ ਤਾਂ ਨਹੀਂ ਲੈ ਸਕਦੇ, ਪਰ ਜਿਸ ਤਰ੍ਹਾਂ ਉਹਨੇ ਫਰਮਾਇਆ ਕਿ ਨਾ ਹਮ ਹਿੰਦੂ ਨਾ ਹਮ, ਮਤਲਬ ਉਹਨਾਂ ਨੇ ਕਾਹਦੇ ਵਾਸਤੇ ਕਿਹਾ ਉਹ ਚੀਜ਼। ਕਿਉਂਕਿ ਅਸੀਂ ਤਾਂ ਆਪਣੇ ਆਪਣੇ ਮੁਤਾਬਕ ਹੀ ਅਸੀਂ ਦੇਖਦੇ ਹਾਂ ਕਿ ਬਾਹਰ ਦੀ ਕਿਸ ਤਰ੍ਹਾਂ ਦੀ ਵੇਸ਼ਭੂਸ਼ਾ ਹੈ, ਕਿਸ ਤਰ੍ਹਾਂ ਦਾ ਇਹਨੇ ਪਹਿਰਾਵਾ, ਕਿਸ ਤਰ੍ਹਾਂ ਦੀ ਬੋਲੀ, ਅਸੀਂ ਉਸ ਤਰੀਕੇ ਨਾਲ ਅਸੀਂ ਅੰਦਾਜ਼ਾ ਲਗਾਉਂਦੇ ਹਾਂ। ਪਰ ਜੋ ਸੰਤ ਮਹਾਤਮਾ ਹੁੰਦੇ ਨੇ ਉਹ ਨਹੀਂ ਇਸ ਤਰ੍ਹਾਂ ਦਾ ਹੈ। ਕੋਈ ਸੇਵਾਦਾਰ ਸੀ, ਕਿਸੇ ਉਹਨਾਂ ਨੇ ਦੱਸਿਆ ਗੁਰੂ ਜੀ ਦੇ ਪਾਸ ਪਹਿਲੀ ਵਾਰ ਗਏ ਤੇ ਜਦੋਂ ਉਹਨਾਂ ਨੇ ਮੱਥਾ ਟੇਕਿਆ ਤੇ ਸਾਨੂੰ ਪੁੱਛਣ ਲੱਗੇ ਕਿ ਬਈ ਇਹ ਦੇਹ ਦਾ ਕੀ ਨਾਮ ਹੈ। ਉਹ ਕਹਿਣ ਲੱਗੇ ਦੇਹ ਦਾ ਕੀ ਨਾਮ ਹੈ, ਇਹਦਾ ਕੀ ਮਤਲਬ ਹੈ। ਫਿਰ ਉਹਨੂੰ ਪੁੱਛਿਆ ਕਿ ਬਈ ਤੈਨੂੰ ਪੁੱਛ ਰਿਹਾ ਦੇਹ ਦਾ ਕੀ ਨਾਮ ਹੈ। ਫਿਰ ਉਹਨਾਂ ਨੇ ਦੱਸਿਆ ਨਾਮ। ਫਿਰ ਜਦੋਂ ਕਹਿੰਦੇ ਉਦੋਂ ਤਾਂ ਮੈਨੂੰ ਸਮਝ ਨਹੀਂ ਲੱਗੀ ਕਿ ਮੈਨੂੰ ਉੱਦਾਂ ਸਾਰੇ ਪੁੱਛਦੇ ਨੇ ਕਿ ਤੇਰਾ ਕੀ ਨਾਮ ਨੇ, ਇਹ ਮੈਨੂੰ ਇਹ ਕਿਉਂ ਪੁੱਛਦੇ ਪਏ ਨੇ ਦੇਹ ਦਾ ਕੀ ਨਾਮ ਹੈ। ਕਿਉਂਕਿ ਇਹ ਤਾਂ ਨਾਮ ਸਾਡੀ ਦੇਹ ਦਾ ਹੀ ਹੈ ਨਾ। ਪਤਾ ਨਹੀਂ ਕਿੰਨੀ ਵਾਰ ਜਨਮ ਲਿਆ, ਕਿੰਨੀ ਵਾਰੀ ਇਹ ਨਾਮ ਬਦਲੇ ਨੇ। ਜਦੋਂ ਉਹ ਨਾਮ ਦੇ ਮਿਲੀ ਉਦੋਂ ਇੱਕ ਨਾਮ ਨਾਲ ਮਿਲ ਗਿਆ। ਪਰ ਜਿਹੜੀ ਸਤਿਗੁਰੂ ਅੱਜ ਬਚਨ ਫਰਮਾ ਰਹੇ ਨੇ ਉਹ ਕਹਿ ਰਹੇ ਖੋਜ ਕਰੋ ਨਿਜ ਨਾਮ, ਜੋ ਆਪਣਾ ਅਸਲੀ ਨਾਮ ਹੈ, ਜੋ ਸਾਡਾ ਅਸਲੀ ਘਰ ਹੈ, ਉਸ ਨਾਮ ਦੀ, ਸਤਨਾਮ ਦੀ, ਉਸ ਸੱਚੇ ਨਾਮ ਦੀ ਖੋਜ ਕਰਨੀ ਹੈ। ਤੁਹਾਨੂੰ ਫਰਮਾਇਆ ਛੋੜ ਭੋਗ ਕਿਉਂ ਰੋਗ ਵਿਸਾਵੇ ਜਾਂ ਮੈਂ ਨਹੀਂ ਆਰਾਮ। ਕਹਿੰਦੇ ਜਿਹੜੇ ਰੋਗ ਭੋਗ, ਜਿਹੜੇ ਬਾਹਰਲੇ ਜਿਹੜੇ ਭੋਗ ਨੇ, ਇਹਨਾਂ ਦੇ ਵਿੱਚ ਆਰਾਮ ਨਹੀਂ ਹੈ। ਹਰ ਕੋਈ ਆਪਣੇ ਭੋਗਾਂ ਸੋਗਾਂ 'ਚ ਪੈ ਕੇ ਉਸ ਆਨੰਦ ਦੀ ਖੋਜ ਕਰ ਰਿਹਾ ਹੈ, ਪਰ ਕਹਿੰਦੇ ਕਿ ਇਹਦੇ ਵਿੱਚੋਂ ਆਰਾਮ ਨਹੀਂ ਹੈਗਾ। ਕਿ ਗੁਰੂ ਕਾ ਕਹਿਣਾ ਮਾਨ ਪਿਆਰੇ ਤੋ ਪਾਵੇ ਵਿਸ਼ਰਾਮ। ਜੇ ਵਿਸ਼ਰਾਮ ਚਾਹੁੰਦਾ ਹੈ, ਜੇ ਵਾਕਈ ਹੀ ਉਹ ਸੁੱਖ ਚਾਹੁੰਦਾ ਹੈ ਤਾਂ ਉਹਨੇ ਕਿਹਾ ਗੁਰੂ ਕਾ ਕਹਿਣਾ ਮਾਨ ਪਿਆਰੇ। ਹੁਣ ਕਈ ਵਾਰ ਮੈਂ ਦੱਸਿਆ ਹੈ ਕਿ ਗੁਰੂ ਸਤਿਗੁਰੂ ਸਵਾਮੀ ਜੀ ਵੀ ਫਰਮਾਉਂਦੇ ਨੇ ਗੁਰੂ ਰਾਜੀ ਤੋਂ ਕਰਤਾ ਰਾਜੀ, ਕਰਮ ਕਾਲ ਕੀ ਚਲੇ ਨਾ ਬਾਜੀ। ਬਾਣੀ 'ਚ ਸਤਿਗੁਰਾਂ ਨੇ ਫਰਮਾਇਆ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਜਿਹਾ ਮੈਂ ਨਹੀਂ ਹੋਰ। ਕਿਹੜੇ ਗੁਰੂ ਦੀ ਗੱਲ ਹੋ ਰਹੀ ਹੈ। ਅਸੀਂ ਆਪਣੇ ਆਪਣੇ ਝਗੜਿਆਂ 'ਚ ਪੈ ਕੇ ਸਾਨੂੰ ਜਿੰਨਾ ਜਿਸ ਤਰ੍ਹਾਂ ਕੋਈ ਜਿਸ ਤਰ੍ਹਾਂ ਦਾ ਟੀਚਰ, ਜਿਸ ਤਰ੍ਹਾਂ ਦਾ ਕੋਈ ਸੰਗਤ ਮਿਲਦੀ ਹੈ, ਉਸੇ ਹਿਸਾਬ ਨਾਲ ਸਾਡੀ ਸਿੱਖਿਆ ਬਣ ਜਾਂਦੀ ਹੈ। ਅੱਜ ਧਰਮ ਦੇ ਨਾਂ 'ਤੇ ਜਿੰਨੀਆਂ ਲੜਾਈਆਂ ਹੁੰਦੀਆਂ ਨੇ ਉਨੀਆਂ ਲੜਾਈਆਂ ਕਿਸੇ ਹੋਰ ਕਿਸੇ ਚੀਜ਼ 'ਤੇ ਨਹੀਂ ਹੁੰਦੀਆਂ। ਇਹ ਕਾਲ ਦੀ ਮਾਇਆ ਜਿਹੜੀ ਸੀ, ਜਿਹਨੇ ਸਾਨੂੰ ਵਿੱਚੋਂ ਕੱਢਣਾ ਸੀ, ਉਹਦੇ ਵਿੱਚ ਹੀ ਸਾਨੂੰ ਫਸਾ ਕੇ ਰੱਖ ਦਿੱਤਾ। ਪਰ ਜਦੋਂ ਇਹਨੂੰ ਬਈ ਕੋਈ ਪੂਰਨ ਸਤਿਗੁਰ ਮਿਲਣਗੇ, ਪੂਰਨ ਤਾਕਤ ਮਿਲੇਗੀ ਤੇ ਬਈ ਇਹਦੇ ਨਿਬੇੜਾ ਹੋ ਜਾਏਗਾ। ਇਹਨੂੰ ਸਮਝ ਆ ਜਾਏਗੀ ਕਿ ਬਈ ਇਹਦਾ ਅਸਲੀ ਧਰਮ ਹੈ ਕੀ ਹੈ। ਫਿਰ ਇਹ ਇਹਨਾਂ ਚੱਕਰਾਂ 'ਚ ਨਹੀਂ ਪਏਗਾ, ਇਹਦੇ ਵਿੱਚ ਪੈ ਕੇ ਆਪਣਾ ਟਾਈਮ ਖਰਾਬ ਨਹੀਂ ਕਰੇਗਾ। ਫਿਰ ਤੇ ਜਿੱਥੇ ਮਰਜ਼ੀ ਹੋਵੇ, ਫਿਰ ਉਹਨੂੰ ਵਾਹਿਗੁਰੂ, ਪਰਮੇਸ਼ਵਰ, ਰਾਮ, ਸ਼ਾਮ, ਜਿਸ ਤਰ੍ਹਾਂ ਦਸਮ ਪਾਤਸ਼ਾਹ ਨੇ ਕਿੰਨੇ ਨਾਮਾਂ ਨਾਲ ਉਹਨੂੰ ਪੁਕਾਰਿਆ, ਪਤਾ ਨਹੀਂ ਕਿੰਨੇ ਕੁ ਨਾਮ ਹੀ ਉਹਦੇ ਦੱਸ ਦਿੱਤੇ। ਇਹ ਬੰਧਨ ਜਿਹੜੇ ਨੇ ਇਹ ਕਾਹਦੇ ਨੇ? ਸਿਰਫ ਮਾਇਆ ਦੇ। ਉਹਨੇ ਫਰਮਾਇਆ ਕਿ ਰੋਗ ਭੋਗ ਛੋੜ ਭੋਗ ਕਿਉਂ ਰੋਗ ਬਸਾਵੇ, ਜਾਂ ਮੈਂ ਨਹੀਂ ਆਰਾਮ, ਗੁਰੂ ਕਾ ਕਹਿਣਾ ਮਾਨ ਪਿਆਰੇ ਤੋ ਪਾਵੇ ਵਿਸ਼ਰਾਮ, ਦੁੱਖ ਤੇਰਾ ਸਭ ਦੂਰ ਕਰੇਂਗੇ। ਹੁਣ ਦੁੱਖ ਬੜੇ ਤਰ੍ਹਾਂ ਦੇ ਨੇ, ਪਰ ਉਹਨਾਂ ਨੇ ਜਿਹੜਾ ਵਚਨ ਕਿਹਾ ਸਭ ਦੂਰ ਕਰੇਂਗੇ। ਕਿਸੇ ਤਰ੍ਹਾਂ ਦਾ ਵੀ ਦੁੱਖ ਹੋਵੇ, ਸਤਿਗੁਰਾਂ ਨੇ ਫਰਮਾਉਣਾ ਕਿ ਆਉਂਦੇ ਤੇ ਉਹ ਸਿਰਫ ਨਾਮ ਦੇਣ ਵਾਸਤੇ ਨੇ। ਇੱਥੇ ਸਾਨੂੰ ਬਾਹਰਲੀਆਂ ਕੋਈ ਵੀ ਅਸੀਂ ਬੇਨਤੀਆਂ ਕਰਦੇ ਹਾਂ, ਕਈ ਚੀਜ਼ਾਂ ਕਰਦੇ ਹਾਂ, ਪਰ ਉਹਨੇ ਕਿਹਾ ਨਾ ਕਿ ਬਿਨ ਬੋਲੇ ਸਭ ਕੁਛ ਜਾਣਦਾ, ਕਿਸ ਆਗੇ ਕੀਤੇ ਅਰਦਾਸ। ਜਾਣਦਾ ਸਭ ਕੁਛ ਹੈ, ਪਰ ਫਿਰ ਵੀ ਜਦੋਂ ਅਸੀਂ ਬੇਨਤੀ ਅਰਦਾਸਾਂ ਕਰਦੇ ਹਾਂ ਕਿ ਆਹ ਚੀਜ਼ ਹੋਵੇ, ਆਹ ਚੀਜ਼ ਮਿਲੇ, ਤੇ ਇਹ ਨਹੀਂ ਹੈ ਕਿ ਉਹ ਦਇਆ ਨਹੀਂ ਕਰਦੇ ਆ ਸਭ ਕੁਝ। ਜਿਸ ਤਰ੍ਹਾਂ ਬੱਚੇ ਨੂੰ ਤੋਰਨ ਵਾਸਤੇ, ਬੱਚਾ ਸਕੂਲ ਨਹੀਂ ਨਾ ਜਾਂਦਾ ਤੇ ਮਾਂ ਪਿਓ ਕਹਿਣਗੇ ਚੱਲ ਤੂੰ ਸਕੂਲ ਜਾ, ਤੈਨੂੰ ਆਹ ਚੀਜ਼ ਲੈ ਕੇ ਦੇਵਾਂਗੇ, ਤੈਨੂੰ ਨਵਾਂ ਸੂਟ ਲੈ ਕੇ ਦੇਵਾਂਗੇ, ਤੈਨੂੰ ਚਾਕਲੇਟ ਦੇਵਾਂਗੇ, ਤੈਨੂੰ ਖਿਡੌਣਾ ਲੈ ਕੇ ਦੇਵਾਂਗੇ। ਕਾਹਦੇ ਵਾਸਤੇ? ਉਹਨੂੰ ਤੋਰਨ ਵਾਸਤੇ। ਇਸੇ ਤਰ੍ਹਾਂ ਉਹ ਸੰਤ ਸਤਿਗੁਰੂ ਵੀ ਇਹਨੂੰ ਤੋਰਨ ਵਾਸਤੇ ਇਹਦੀਆਂ ਜਿਹੜੀਆਂ ਬਾਹਰਲੀਆਂ ਚੀਜ਼ਾਂ ਵੀ ਪੂਰੀਆਂ ਛਾਵਾਂ ਕਰਦੇ ਨੇ। ਪਰ ਇੱਥੇ ਸਤਿਗੁਰਾਂ ਨੇ ਕੀ ਫਰਮਾਇਆ ਹੈ ਕਿ ਦੁੱਖ ਤੇਰਾ ਸਭ ਦੂਰ ਕਰੇਂਗੇ। ਕਹਿੰਦੇ ਕਿਸੇ ਤਰ੍ਹਾਂ ਦਾ ਵੀ ਦੁੱਖ ਹੋਵੇ, ਚਾਹੇ ਸੰਸਾਰਿਕ ਤੌਰ ਦੇ ਉੱਤੇ ਕੋਈ ਬੰਧਨ ਹੈ, ਚਾਹੇ ਆਤਮਿਕ ਤੌਰ 'ਤੇ ਕੋਈ ਬੰਧਨ ਹੈ, ਆਪਾਂ ਉਹਨਾਂ ਦੇ ਬਚਨਾਂ 'ਤੇ ਚੱਲ ਕੇ ਤੁਰਨ ਦੀ ਕੋਸ਼ਿਸ਼ ਕਰੀਏ। ਜਿਹੜੀ ਵੀ ਰੁਕਾਵਟ ਆਏਗੀ ਸਤਿਗੁਰੂ ਫਰਮਾਉਂਦੇ ਨੇ ਸਭ ਦੂਰ ਕਰੇਂਗੇ, ਦੇਂਗੇ ਅਚਲ ਮੁਕਾਮ, ਜਿਹੜਾ ਕਦੀ ਵੀ ਡੋਲਦਾ ਨਹੀਂ ਹੈ।
ਇਹ ਜਿੰਨੇ ਵੀ ਮੁਕਾਮ ਸਾਨੂੰ ਮਿਲਦੇ ਨੇ, ਜਿੰਨੀ ਵੀ ਅਸੀਂ ਉਪਲਬਧੀਆਂ ਕਰਦੇ ਨੇ, ਕੁਛ ਟਾਈਮ ਬਾਅਦ ਇੱਕ ਬੰਦਾ ਦੌੜ ਲਗਾਉਂਦਾ ਹੈ, ਉਹ ਪਹਿਲੇ ਨੰਬਰ 'ਤੇ ਆਉਂਦਾ ਹੈ। ਉਹਨੇ ਕੋਈ ਮੰਨ ਲਓ 7 ਮਿੰਟ ਦੇ ਵਿੱਚ ਕੋਈ 500 ਮੀਟਰ ਦੀ ਦੌੜ ਪੂਰੀ ਕੀਤੀ ਹੈ, ਅਗਲਾ ਆਉਂਦਾ ਹੈ ਉਹ 6 ਮਿੰਟ 'ਚ ਕਰ ਦਿੰਦਾ, ਫਿਰ ਉਹਦਾ ਉਹ ਟੁੱਟ ਗਈ ਉਪਲਬਧੀ। ਫਿਰ ਕੋਈ ਜਾਉਂਦਾ ਉਹ ਹੋਰ ਘੱਟ ਟਾਈਮ 'ਚ ਕਰ ਦਿੰਦਾ, ਇੱਥੇ ਕਾਹਦੀ ਉਪਲਬਧੀ ਹੈ। ਪਰ ਸਤਿਗੁਰੂ ਫਰਮਾਉਂਦੇ ਨੇ ਦੇਂਗੇ ਅਚਲ ਮੁਕਾਮ, ਐਸਾ ਮੁਕਾਮ ਦੇ ਦੇਣਗੇ ਜਿੱਥੇ ਕੋਈ ਵੀ ਫਿਰ ਡਾਵਾਂ ਡੋਲੀ ਨਹੀਂ ਹੈਗੀ, ਬਸ ਕੋਈ ਫਿਰ ਟੈਨਸ਼ਨ ਨਹੀਂ। ਸਾਨੂੰ ਟੈਨਸ਼ਨ ਕਿਉਂ ਲੱਗੀ ਰਹਿੰਦੀ ਹੈ? ਕਈ ਵਾਰ ਦੱਸਿਆ ਹੈ ਕਿ ਅਸੀਂ ਗੱਡੀ ਕੋਈ ਕਾਰ ਲੈ ਲਈਏ, ਬੜੀ ਖੁਸ਼ ਹੋ ਕੇ ਲੈਂਦੇ ਹਾਂ, ਕੁਛ ਟਾਈਮ ਬਾਅਦ ਕੋਈ ਸਾਡੇ ਕੋਈ ਆਸ ਪੜੋਸ ਜਿਹਨਾਂ ਨੂੰ ਅਸੀਂ ਜਾਣਦੇ ਉਹਨਾਂ ਨੇ ਉਸ ਤੋਂ ਵੱਡੀ ਕਾਰ ਲੈ ਲਈ, ਅਸੀਂ ਹੋਰ ਦੁਖੀ ਹੋ ਜਾਂਦੇ ਹਾਂ। ਆਪਣਾ ਘਰ ਬਣਾਇਆ ਹੋਵੇ, ਬੜਾ ਵਧੀਆ ਚਾਅ ਨਾਲ ਬਣਾਉਂਦੇ ਹਾਂ, ਲਾਗੇ ਪਲਾਟ ਖਾਲੀ ਪਏ ਹੁੰਦੇ ਨੇ, ਜਦੋਂ ਕੋਈ ਲਾਗਲਾ ਬਣਾਉਂਦਾ ਉਸ ਤੋਂ ਵਧੀਆ ਬਣਾ ਲੈਂਦਾ ਹੈ, ਅਸੀਂ ਦੁਖੀ ਹੋ ਜਾਂਦੇ ਉਹਦਾ ਦੇਖ ਕੇ। ਇਹ ਤੇ ਡਾਵਾਂ ਡੋਲੀ ਹੈ ਸਾਰੀ। ਪਰ ਜਿਹੜਾ ਗੁਰੂ ਦਾ ਸਿੱਖ ਆ, ਉਹ ਇੱਕ ਐਸਾ ਮੁਕਾਮ ਉਹਨੂੰ ਦਿੰਦੇ ਨੇ ਜਿੱਥੇ ਫਿਰ ਡਾਵਾਂ ਡੋਲੀ ਨਹੀਂ, ਉਹਦਾ ਫਿਰ ਇੱਕੋ ਉਸ ਮੁਕਾਮ ਦੇ ਨਾਲ ਜੁੜਿਆ ਰਹਿੰਦਾ ਹੈ, ਆਪਣੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਧਿਆਨ ਰਹਿੰਦਾ ਹੈ, ਕੋਈ ਵੀ ਦੁਨੀਆ ਵੱਲ ਉਹਦੀ ਨਜ਼ਰ ਨਹੀਂ ਜਾਂਦੀ, ਉਹਨੂੰ ਆਪਣੇ ਗੁਰੂ ਤੋਂ ਵੱਡਾ ਕੋਈ ਲੱਗਦਾ ਹੀ ਨਹੀਂ। ਉਹਨੂੰ ਆਪਣੇ ਗੁਰੂ ਤੋਂ ਤੇ ਫਿਰ ਬਈ ਕਿਹੜੀ ਚੀਜ਼, ਕਈ ਵਾਰ ਮੈਂ ਕਈ ਦੱਸਿਆ, ਕਈ ਵਾਰ ਗੁਰੂ ਦੁਆਰੇ ਦੇ ਬੱਚੇ ਕਹਿਣ, ਕੋਈ ਕਹੇਗਾ ਕਿ ਅਸੀਂ ਤੇ ਗਰੀਬ ਆ ਜੀ, ਮੈਂ ਕਈ ਵਾਰੀ ਕਹਾਂਗਾ ਅਸੀਂ ਗਰੀਬ ਕਦ ਲਈ ਹਾਂ ਬਈ? ਜੇ ਉਸ ਅਮੀਰ, ਜੇ ਉਸ ਵੱਡੇ ਨਾਲ ਸਾਡਾ ਨਾਤਾ ਹੈ ਤੇ ਫਿਰ ਬਈ ਸਾਡੇ ਤੋਂ ਵੱਡਾ ਕੋਈ ਉਹ ਨਹੀਂ। ਪਰ ਇਹ ਆਪਣੇ ਗੁਰੂ ਦੇ ਮਾਣ, ਜਿੰਨਾ ਕੋਈ ਆਪਣੇ ਗੁਰੂ ਤੇ ਮਾਣ ਕਰੇਗਾ ਉਨਾ ਹੀ ਉਹਨੂੰ ਆਪਣੇ ਆਪ ਦਾ ਪਤਾ ਚੱਲੇਗਾ। ਤੇ ਅੱਗੇ ਫਰਮਾਇਆ, ਰਾਧਾ ਸੁਆਮੀ ਕਹਿਤ ਸੁਨਾਈ, ਖੋਜ ਕਰੋ ਨਿਜ ਨਾਮ। ਕੋਈ ਉਹਨੂੰ ਨਾਮ ਦੇ ਦਈਏ, ਵਾਹਿਗੁਰੂ ਕਹਿ ਦਈਏ, ਰਾਮ ਕਹਿ ਦਈਏ, ਸ਼ਾਮ ਕਹਿ ਦਈਏ, ਰਾਧਾ ਸੁਆਮੀ ਕਹਿ ਦਈਏ, ਜੋ ਮਰਜ਼ੀ, ਕਿਉਂਕਿ ਉਹ ਗੁਰੂ ਦੇ ਪਿਆਰੇ ਨਾਮ ਨੇ। ਟਾਈਮ ਟਾਈਮ ਦੇ ਨਾਲ ਭਗਤਾਂ ਨੇ ਉਹ ਪਿਆਰ ਦੇ ਨਾਲ ਉਹ ਨਾਮ ਰੱਖ ਦਿੱਤੇ ਨੇ, ਕੋਈ ਵੀ ਰੱਖ ਦਿੱਤੇ ਨੇ। ਕਹਿੰਦੇ ਉਹੀ ਤੇਰੇ ਗੁਰੂ ਤੈਨੂੰ ਫਰਮਾਉਂਦੇ ਨੇ, ਖੋਜ ਕਰੋ ਨਿਜ ਨਾਮ। ਨਿਜ ਨਾਮ ਜਿਹੜਾ ਇਹਦੇ ਅੰਦਰ ਹੈ, ਜਿਹੜਾ ਇਹਦਾ ਆਪਣਾ ਨਾਮ ਹੈ, ਉਹ ਕਿਤੇ ਬਾਹਰੋਂ ਨਹੀਂ ਪਤਾ ਚੱਲਣਾ। ਬਾਹਰ ਕੋਈ ਡਾਇਰੀਆਂ ਫੋਲ ਕੇ ਜਾਂ ਕੋਈ ਕਿਤਾਬਾਂ ਜਾਂ ਕੋਈ ਜਾ ਕੇ ਨਹੀਂ ਪਤਾ ਲੱਗੇਗਾ ਕਿ ਮੇਰਾ ਕੀ ਨਾਮ ਹੈ। ਉਹਨੇ ਫਰਮਾਇਆ ਕਿ ਜਿਉਂ ਤਿਲ ਮੇਂ ਤੇਲ ਹੈ, ਜਿਉਂ ਚਕਮਕ ਮੇਂ ਆਗ, ਤੇਰਾ ਸਾਈਂ ਤੁਝ ਮੇਂ ਜਾਗ ਸਕੇ ਤੋ ਜਾਗ। ਹੁਣ ਜਿਸ ਤਰ੍ਹਾਂ ਸਾਡਾ ਨਾਮ ਕਿਹਦੇ ਨਾਲ ਹੈ? ਸਾਡੇ ਪਿਓ ਦੇ ਨਾਮ ਤੇ ਅਸੀਂ ਕਹਿੰਦੇ ਹਾਂ ਸਾਡੇ ਪਿਤਾ ਜੀ ਦਾ ਇਹ ਨਾਮ ਸੀ, ਅਸੀਂ ਉਹਦੇ ਪੁੱਤਰ ਹਾਂ, ਸਾਡਾ ਉਹਨਾਂ ਦਾ ਨਾਮ, ਸਾਡਾ ਆ ਨਾਮ। ਜਿਹਨੂੰ ਉਸ ਚੀਜ਼ ਦਾ ਪਤਾ ਚੱਲੇਗਾ ਮੈਂ ਕਿਹਦਾ ਬੱਚਾ ਹੈ, ਤੇ ਫਿਰ ਇਹਦਾ ਨਾਮ ਵੀ ਤਾਂ ਉਸ ਹਿਸਾਬ ਨਾਲ ਹੀ ਹੋਏਗਾ। ਤੇ ਉਹਦੀ ਖੋਜ ਕਰਨੀ, ਉਹ ਬਾਹਰ ਨਹੀਂ ਹੈ, ਉਸ ਆਪਣੇ ਅੰਦਰ ਹੀ ਹੈ, ਹਰ ਘਟ ਦੇ ਵਿੱਚ ਉਹ ਮੌਜੂਦ ਹੈ। ਲੇਕਿਨ ਜਿਸ ਤਰ੍ਹਾਂ ਕਿਹਾ ਕਿ ਜਿਸ ਘਟ ਪ੍ਰਗਟ ਹੋਏ, ਸਭ ਘਟ ਮੇਰੇ ਸਾਈਆਂ, ਸੁੰਜੀ ਸੇਜ ਨਾ ਕੋਈ। ਚਾਹੇ ਚੋਰ ਡਾਕੂ ਛੋਟਾ ਵੱਡਾ ਕੋਈ ਵੀ ਹੈ, ਹਰ ਇੱਕ ਦੇ ਘਟ ਦੇ ਅੰਦਰ ਉਹ ਪਰਮਾਤਮਾ ਹੈਗਾ ਹੈ। ਉਹਨਾਂ ਨੇ ਕਿਹਾ ਕਿ ਸਭ ਘਟ ਮੇਰੇ ਸਾਈਆਂ, ਸੁੰਜੀ ਸੇਜ ਨਾ ਕੋਏ, ਬਲਿਹਾਰੀ ਉਸ ਘਟ ਕੇ ਜਿਸ ਘਟ ਪ੍ਰਗਟ ਹੋਏ। ਜਿਹੜਾ ਉਹਨੂੰ ਪ੍ਰਗਟ ਕਰ ਲੈਂਦਾ ਉਹ ਤੋਂ ਬਲਿਹਾਰ ਜਾਂਦੇ। ਤੇ ਸਤਿਗੁਰ ਦਇਆ ਕਿਰਪਾ ਕਰਨ, ਉਸ ਸੱਚੇ ਸੁੱਖ ਦੇ ਜਿਹੜੇ ਜੋ ਸੱਚ ਸਤਿਗੁਰਾਂ ਨੇ ਫਰਮਾਇਆ, ਇਹ ਦੁੱਖਾਂ ਸੁੱਖਾਂ ਦਾ ਦੇਸ਼ ਹੈ, ਇੱਥੇ ਕੋਈ ਨਾ ਕੋਈ ਚੱਲਦਾ ਰਹਿੰਦਾ ਹੈ। ਸਤਿਗੁਰ ਕਿਰਪਾ ਕਰਨ, ਦਇਆ ਕਰਨ, ਆਪ ਹੀ ਹੱਥ ਰੱਖਣ ਅੰਦਰ, ਤੇ ਫਿਰ ਹੀ ਉਹ ਦੁੱਖ ਕੱਟਿਆ ਜਾਂਦਾ ਹੈ। ਨਹੀਂ ਤੇ ਕੋਈ ਵੀ ਜਿਹੜਾ ਦੁੱਖ ਹੋਵੇ, ਇਨਸਾਨ ਦੇ ਵਿੱਚ ਕੋਈ ਸ਼ਕਤੀ ਨਹੀਂ ਹੈ ਕਿ ਉਹਨੂੰ ਬਰਦਾਸ਼ਤ ਕਰ ਸਕੇ। ਪਰ ਜੇ ਸਤਿਗੁਰ ਨਾਲ ਹੋਣ, ਉਹ ਦਇਆ ਕਿਰਪਾ ਕਰਨ, ਤੇ ਫਿਰ ਬਈ ਕੋਈ ਵੀ ਦੁੱਖ ਇਹਨੂੰ ਕਿਸੇ ਤਰ੍ਹਾਂ ਦਾ ਇਹਨੂੰ ਮਾਯੂਸ ਨਹੀਂ ਕਰ ਸਕਦਾ, ਇਹਨੂੰ ਰੋਕ ਨਹੀਂ ਸਕਦਾ। ਕਿਉਂਕਿ ਜਿਸ ਵਾਸਤੇ ਜਨਮ ਮਿਲਿਆ ਹੈ ਉਹ ਤਾਂ ਕੁਝ ਹੋਰ ਹੀ ਜਿਹੜਾ ਨਾਤਾ ਹੈ, ਉਹ ਕੋਈ ਹੋਰ ਹੀ। ਸਤਿਗੁਰਾਂ ਨੇ ਫਰਮਾਉਣਾ ਕਿ ਬਈ ਗੁਰੂ ਵੀ ਆਇਆ, ਸਿੱਖ ਵੀ ਆਇਆ, ਇਹਦੇ ਇੱਕ ਇੱਥੇ ਮੇਲ ਵਾਸਤੇ ਇੱਕ ਜੋ ਉਹਨਾਂ ਨੇ ਇੱਕ ਬਣਾਇਆ ਨਿਯਮ ਉਸ ਪਰਮਾਤਮਾ ਨੇ, ਉਹਦੇ ਮੁਤਾਬਕ ਅਸੀਂ ਮਿਲੇ ਇੱਥੇ। ਬੜੇ ਬੜੇ ਹੋਰ ਜਿਹੜੇ ਕਰਮ ਜਿਹੜੇ ਭੋਗਣੇ ਨੇ, ਕਈ ਕੱਟਣੇ ਨੇ, ਕਈ ਕੁਛ ਹੋਣਾ ਹੈ, ਉਹਦੇ ਵਾਸਤੇ ਇਹ ਸਾਰੇ ਬੰਧਨ ਬਣੇ ਨੇ। ਪਰ ਨਾਤਾ ਇਹਦਾ ਜਿਹੜਾ ਹੈਗਾ ਹੈ ਸੱਚਾ, ਜਦੋਂ ਸਤਿਗੁਰ ਦਇਆ ਕਿਰਪਾ ਕਰਦੇ ਨੇ, ਇਹਦੇ ਅੰਦਰ ਹੱਥ ਰੱਖ ਕੇ ਫਿਰ ਇਹਨੂੰ ਚਲਾਉਂਦੇ ਨੇ। ਇਹ ਡਿਊਟੀਆਂ ਕਰਦਿਆਂ ਕਰਾਉਂਦੇ, ਜਿਸ ਤਰ੍ਹਾਂ ਅਸੀਂ ਬਾਹਰ ਜਾਂਦੇ ਹਾਂ ਰੋਜ਼ ਆਪਣੇ ਆਪਣੇ ਦੁਕਾਨਾਂ 'ਤੇ, ਨੌਕਰੀਆਂ 'ਤੇ, ਸਾਰੇ ਕੰਮ ਕਰਕੇ ਆਉਂਦੇ ਹਾਂ, ਪਰ ਪਤਾ ਹੁੰਦਾ ਹੈ ਕਿ ਰਾਤ ਨੂੰ ਘਰ ਜਾਣਾ ਹੈ। ਘਰ ਆ ਕੇ ਘਰ ਨੂੰ ਆਪਣਾ ਪਤਾ ਕਿ ਆ ਮੇਰਾ ਪਰਿਵਾਰ ਹੈ, ਆ ਮੇਰਾ ਘਰ ਹੈ, ਅਸੀਂ ਸਾਰੇ ਕੰਮ ਉੱਥੇ ਕਰਦੇ ਹਾਂ। ਇਸੇ ਤਰ੍ਹਾਂ ਜਦੋਂ ਇਸ ਦੁਨੀਆ ਵਿੱਚ ਰਹਿ ਕੇ ਵੀ ਸਾਰੇ ਕੰਮ ਕਰਦਿਆਂ ਕਰਾਉਂਦਿਆਂ ਹੀ ਧਿਆਨ ਉਸ ਘਰ ਵੱਲ ਰਹਿੰਦਾ ਹੈ ਉਹ ਸਿੱਖ ਦਾ, ਕਿ ਬਈ ਇਹ ਕੰਮ ਕਾਰ ਕਰਾ ਕੇ ਮੈਂ ਆਪਣੇ ਘਰ ਪਹੁੰਚਣਾ ਹੈ। ਫਿਰ ਉਸ ਸਿੱਖ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਬੰਧਨ ਨਹੀਂ, ਕੋਈ ਵੀ ਉਹਨੂੰ ਕੋਈ ਦੁੱਖ ਉਹਨੂੰ ਘੇਰ ਨਹੀਂ ਸਕਦਾ। ਸਤਿਗੁਰ ਕਿਰਪਾ ਕਰਨ, ਸਭ 'ਤੇ ਬਖਸ਼ਿਸ਼ ਕਰਨ, ਸਭ ਨੂੰ ਆਪਣਾ ਪਿਆਰ ਭਰੋਸਾ ਬਖਸ਼ਣ ਕਿ ਸਾਰੇ ਅਸੀਂ ਉਹਨਾਂ ਦੇ ਸੱਚੇ ਵਚਨਾਂ ਦੇ ਉੱਤੇ ਚੱਲ ਕੇ ਉਹ ਸੱਚੀ ਦਇਆ ਜਿਹੜੀ ਹੈ ਉਹ ਪ੍ਰਾਪਤ ਕਰ ਸਕੀਏ, ਜਿਹਦੇ ਨਾਲ ਕੋਈ ਵੀ ਦੁੱਖ ਸਾਨੂੰ, ਕਿਸੇ ਤਰ੍ਹਾਂ ਦਾ ਵੀ ਦੁੱਖ ਸਾਨੂੰ ਕਦੀ ਵੀ ਜਿਹੜਾ ਆ
ਕਿ ਆਪਣੇ ਰਸਤੇ ਤੇ ਚੱਲਣ ਤੋਂ ਰੋਕ ਨਾ ਸਕੇ। ਰਾਧਾ ਸੁਣੀ ਰਾਧਾ।